ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਗੱਲਬਾਤ ਲੈ ਕੇ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ ਸੁਰਿੰਦਰਪਾਲ ਚੱਠਾ ਜੀ ਹਾਜ਼ਰ ਨੇ। ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਕੈਨੇਡਾ ਇਕਾਈ ਦੇ ਪ੍ਰਧਾਨ ਬਿਆਨ ਸਿੰਘ ਧਾਲੀਵਾਲ ਅਤੇ ਆਪ ਪਾਰਟੀ ਤੋਂ ਸੱਤਿਆ ਅਗਰਵਾਲ ਜੀ ਜਿਹੜੇ ਕਿ ਕੈਨੇਡਾ ਇਕਾਈ ਦੇ ਐਜ਼ ਅ ਵਲੰਟੀਅਰ ਕੰਮ ਕਰ ਰਹੇ ਨੇ। ਵਿਪਨ ਸ਼ਰਮਾ ਜੀ ਜਿਹੜੇ ਕਿ ਭਾਜਪਾ ਕੈਨੇਡਾ ਇਕਾਈ ਦੇ ਪ੍ਰਧਾਨ ਨੇ ਇੱਥੋਂ। ਤੁਹਾਡਾ ਸਾਰੇ ਵੀਰਾਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਕੀ ਫਤਿਹ ਜੀ। ਅੱਜ ਦਾ ਜਿਹੜਾ ਮੇਨ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਮੇਨ ਇਸ਼ੂ ਹੈਗਾ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ 2014 ਦੇ ਵਿੱਚ ਹੋਣ ਜਾ ਰਹੀਆਂ ਨੇ, ਜਿਹਨੂੰ ਕਿ ਇੱਕ ਸਿਆਸੀ ਦੰਗਲ ਦੇ ਤੌਰ ਤੇ ਪੂਰੇ ਵਰਲਡ ਦੇ ਵਿੱਚ ਦੇਖਿਆ ਜਾ ਰਿਹਾ। ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ। ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਆਪਾਂ ਪਾਰਟੀ ਦੇ ਜਿਹੜੇ ਕਿ ਇੱਥੋਂ ਹੈਗੇ ਨੇ ਵਲੰਟੀਅਰ ਸੱਤਿਆ ਅਗਰਵਾਲ ਜੀ, ਤੁਹਾਡਾ ਸਵਾਗਤ ਹੈ ਵੀਰ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਤੁਹਾਨੂੰ ਕੁਐਸਚਨ ਕਰਦੇ ਆ ਕਿ ਜਿਹੜਾ 2014 ਦੀਆਂ ਲੋਕ ਸਭਾ ਚੋਣਾਂ ਨੇ ਇੰਡੀਆ ਦੇ ਵਿੱਚ, ਉਹ ਕਿਹੜੇ-ਕਿਹੜੇ ਵਿਸ਼ਿਆਂ ਨੂੰ ਲੈ ਕੇ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ ਆਪ ਪਾਰਟੀ ਹੈ ਉਹ ਫਾਈਟ ਕਰ ਰਹੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਾਂਗਾ ਸਿੱਖ ਚੈਨਲ ਦਾ ਜੋ ਅਸੀਂ ਅੱਜ ਮੌਕਾ ਦਿੱਤਾ ਹੈ। ਤੇ ਦੂਜੀ ਮੈਂ ਅੱਜ 23 ਮਾਰਚ ਹੈਗੀ ਹਿੰਦੁਸਤਾਨ ਤੇ 1931 ਤੇ ਬਹੁਤ ਬੜੀ ਸ਼ਹੀਦੀ ਹੋਈ ਹੈ। ਸ਼ਹੀਦ ਭਗਤ ਸਿੰਘ ਜੀ, ਸੁਖਦੇਵ ਤੇ ਰਾਜਗੁਰੂ, ਅਸੀਂ ਉਹਨਾਂ ਦੇ ਸ਼ਰਧਾਂਜਲੀ ਦਿੰਦੇ ਜੀ। ਅਸੀਂ ਜੋ 2014 ਦਾ ਚੁਣਾਵ ਹੈਗਾ, ਇਹ ਹਿੰਦੁਸਤਾਨ ਦੀ ਆਉਣ ਵਾਲੀ ਜੋ समय हैगा उसके वास्ते एक बहुत ही नाजुक और इम्पोर्टेंट दौर हैगा जी। तो असी आम आदमी पार्टी जो केजरीवाल साहब दसते हैं, असी जो मुद्दा हैगा वो हैगा व्यवस्था परिवर्तन जी। असी वो सबसे बड़ा मुद्दा हैगा। तो उत्थे व्यवस्था परिवर्तन करने वास्ते जो असी लड़ रहे हैं वो हैगा भ्रष्टाचार, बहुत बड़ा मुद्दा हैगा जी। तो महंगाई उहदे नाल जो होंदी है वो बहुत बड़ा मुद्दा हैगा जी। तो जो कम्युनलिज्म, जो सांप्रदायिकता जी, वो बहुत बड़ा मुद्दा है जी। ਅਸੀਂ ਇਹ ਮੇਜਰ ਮੁੱਦੇ ਹੈਗੇ। ਬਾਕੀ ਜੋ ਅਸੀਂ ਡੇਲੀ ਬੇਸਿਸ ਤੇ ਜੋ ਚੀਜ਼ਾਂ ਹੈ ਨਹੀਂ ਉਹ ਅਸੀਂ ਫਿਰ ਫਰਦਰ ਡਿਸਕਸ ਕਰਾਂਗੇ ਜੀ। ਬਹੁਤ ਵਧੀਆ। ਔਰ ਭਾਜਪਾ ਤੋਂ ਸਾਡੇ ਨਾਲ ਸਾਡੇ ਵੀਰ ਵਿਪਨ ਸ਼ਰਮਾ ਜੀ, ਤੁਹਾਡਾ ਸਵਾਗਤ ਹੈ ਵੀਰ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਜਿਹੜੀਆਂ ਲੋਕ ਸਭਾ ਚੋਣਾਂ 2014 ਕਾਫੀ ਪੁਰਾਣੀ ਪਾਰਟੀ ਹੈ ਭਾਜਪਾ ਜਿਹੜੀ, ਔਰ ਸ਼ੁਰੂ ਤੋਂ ਜਿਹੜੇ ਲੋਕਾਂ ਦੇ ਮੁੱਦੇ ਆ ਉਹਨਾਂ ਦੇ ਨਾਲ ਜੁੜੀ ਹੋਈ ਪਾਰਟੀ ਹੈ। ਔਰ ਜਿਹੜੇ ਲੋਕ ਸਭਾ ਦੇ ਇਲੈਕਸ਼ਨਸ ਨੇ 2014 ਦੇ, ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ, ਕਿਹੜੇ-ਕਿਹੜੇ ਮੇਨ ਜਿਹੜੇ ਇਸ਼ੂਜ਼ ਨੇ ਜਾਂ ਜਿਹੜੇ ਕਰੰਟ ਇਸ਼ੂ ਉਹਨਾਂ ਨੂੰ ਲੈ ਕੇ ਲੜ ਰਹੀ ਹੈ ਭਾਜਪਾ ਜੀ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਸਮਾਂ ਦਿੱਤਾ, ਮੌਕਾ ਦਿੱਤਾ ਬੈਠ ਕੇ ਸਾਰੀ ਸੰਗਤ ਤੱਕ ਸਾਰੀਆਂ ਪਾਰਟੀਆਂ ਨੂੰ ਆਪਣੀ ਗੱਲ ਪਹੁੰਚਾਉਣ ਦਾ। ਬਹੁਤ ਹੀ ਵੱਡਾ ਇਲੈਕਸ਼ਨ ਜੋ ਹਿੰਦੁਸਤਾਨ ਦੇ ਵਿੱਚ ਇਹ ਹੋਣ ਜਾ ਰਿਹਾ, ਕਿਉਂਕਿ ਇਸ ਇਲੈਕਸ਼ਨ ਨੇ ਬੜੀ ਵੱਡੀ ਤਬਦੀਲੀ ਲਿਆਉਣੀ ਜੀ। ਸਾਡਾ ਬੀਜੇਪੀ ਦਾ ਮੇਨ ਮੁੱਦਾ ਜੋ ਵਿਕਾਸ ਹੈ, ਜਿਹਦੇ ਤੇ ਅਸੀਂ ਇਹ ਇਲੈਕਸ਼ਨ ਲੜ ਰਹੇ ਹਾਂ ਜੀ। ਕਿਉਂਕਿ ਨਰਿੰਦਰ ਮੋਦੀ ਜੀ ਬੀਜੇਪੀ ਵੱਲੋਂ ਐਲਾਨੇ ਜਾ ਚੁੱਕੇ ਨੇ ਉਮੀਦਵਾਰ ਪ੍ਰਧਾਨ ਮੰਤਰੀ ਪਦ ਦੇ ਜੀ। ਔਰ ਹੋਰ ਕਿਸੇ ਪਾਰਟੀ ਨੇ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਲੈ ਲਓ ਜਾਂ ਕਾਂਗਰਸ ਪਾਰਟੀ ਲੈ ਲਓ, ਇਹਨਾਂ ਵੱਲੋਂ ਹਲੇ ਕੋਈ ਉਮੀਦਵਾਰ ਪਰ ਪੱਕੇ ਤੌਰ ਤੇ ਪ੍ਰਧਾਨ ਮੰਤਰੀ ਦਾ ਨਹੀਂ ਹੈ ਜੀ। ਮੇਰਾ ਇਹ ਮੰਨਣਾ ਕਿ ਕੋਈ ਵੀ ਫੌਜਾਂ ਨੇ ਜਿਹੜੀਆਂ ਜਰਨੈਲ ਤੋਂ ਬਿਨਾਂ ਜਦੋਂ ਅਖਾੜੇ 'ਚ ਜਾਂਦੀਆਂ ਤਾਂ ਉਹ ਜਰਨੈਲ ਦਾ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਅਸੀਂ ਬੜੇ ਹੀ ਸੁਲਝੇ ਹੋਏ ਇਨਸਾਨ ਜੋ ਕਿ ਬੜੀ ਦੇਰ ਤੋਂ ਪਾਰਟੀ ਨਾਲ ਜੁੜੇ ਹੋਏ ਨੇ, ਪਾਰਟੀ ਦੇ ਉਹਨਾਂ ਨੇ ਪਹਿਲਾਂ ਵੀ ਸਾਰੇ ਕੰਮ ਜਿਹੜੇ ਹੈ ਗੁਜਰਾਤ ਦੇ ਵਿੱਚ ਕਰਕੇ ਦਿਖਾਏ ਨੇ, ਉਹਨਾਂ ਨੂੰ ਉਮੀਦਵਾਰ ਬਣਾਇਆ। ਔਰ ਅਸੀਂ ਵਿਕਾਸ ਦੇ ਮੁੱਦੇ ਤੇ, ਬੇਰੁਜ਼ਗਾਰੀ ਦੇ ਮੁੱਦੇ ਤੇ, ਗਰੀਬੀ ਦੇ ਮੁੱਦੇ ਤੇ ਇਹ ਇਲੈਕਸ਼ਨ ਲੜਨ ਜਾ ਰਹੇ ਹਾਂ ਜੀ। ਧੰਨਵਾਦ ਤੁਹਾਡਾ। ਸਾਡੇ ਨਾਲ ਸੁਰਿੰਦਰਪਾਲ ਚੱਠਾ ਜੀ, ਵੀਰ ਜੀ ਤੁਹਾਡਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ 'ਚ। ਕਿਹੜੇ-ਕਿਹੜੇ ਇਸ਼ੂਜ਼ ਹੈਗੇ ਆ, ਕਿਉਂਕਿ ਕਾਂਗਰਸ ਦੀ ਜਿਹੜੀ ਸੱਤਾਧਾਰੀ ਪਾਰਟੀ ਆ, ਹੁਣ ਤੁਸੀਂ ਸੱਤਾ ਦੇ ਵਿੱਚ ਹੈਗੇ ਹੋ, ਹੁਣ ਅੱਗੇ ਕਿਹੜੇ-ਕਿਹੜੇ ਇਸ਼ੂਜ਼ ਨੂੰ ਲੈ ਕੇ ਜਿਹੜੀ 2014 ਦੀ ਇਲੈਕਸ਼ਨ ਜਿਹੜੀ ਹੈ ਉਹ ਕਾਂਗਰਸ ਪਾਰਟੀ ਨਾਲ ਤੁਸੀਂ ਲੰਮੇ ਸਮੇਂ ਤੋਂ ਜੁੜੇ ਹੋ, ਹਰ ਰੋਜ਼ ਤੁਹਾਡਾ ਜਿਹੜਾ ਕੰਟੈਕਟ ਆ ਉੱਥੇ ਸੀਨੀਅਰ ਲੀਡਰਸ ਦੇ ਨਾਲ ਹੁੰਦਾ, ਕਿਹੜੇ-ਕਿਹੜੇ ਵਿਸ਼ਿਆਂ ਨੂੰ ਲੈ ਕੇ ਲੜ ਰਹੇ ਆ ਉੱਥੇ ਇਲੈਕਸ਼ਨ ਜੀ? ਸਭ ਤੋਂ ਪਹਿਲਾਂ ਅਮਨ ਜੀ ਮੈਂ ਸਤਿ ਸ੍ਰੀ ਅਕਾਲ ਬੁਲਾਉਣਾ, ਔਰ ਤੁਹਾਡੀ ਸਾਰੀ ਟੀਮ ਦਾ, ਤੁਹਾਡੇ ਚੈਨਲ ਦਾ ਅਸੀਂ ਅਤੀ ਧੰਨਵਾਦੀ ਹਾਂ ਵੀ ਤੁਸੀਂ ਸਾਨੂੰ ਸਾਰਿਆਂ ਨੂੰ ਅੱਜ ਮੌਕਾ ਦਿੱਤਾ। ਜੋ ਤੁਸੀਂ ਡਿਬੇਟ ਕਰਾ ਰਹੇ ਆ, ਜੋ ਕਿ 2014 ਦੀਆਂ ਚੋਣਾਂ ਹਿੰਦੁਸਤਾਨ ਦੇ ਵਿੱਚ ਹੋ ਰਹੀਆਂ ਨੇ, ਇਹ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਦੁਨੀਆ ਦੀ।
ਔਰ ਉਸ ਦੇ ਵਿੱਚ ਤੁਸੀਂ ਸਵਾਲ ਪੁੱਛਿਆ ਕਿ ਕਾਂਗਰਸ ਪਾਰਟੀ ਕਿਹੜੇ ਮੁੱਦੇ ਤੇ ਇਲੈਕਸ਼ਨ ਲੜ ਰਹੀ ਹੈ। ਕਾਂਗਰਸ ਪਾਰਟੀ ਤੁਹਾਨੂੰ ਪਤਾ ਹੀ ਹੈ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਅੰਡਰ ਜਵਾਹਰ ਲਾਲ ਨਹਿਰੂ ਜੀ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਤੱਕ ਦਾ ਸਫ਼ਰ ਕਾਂਗਰਸ ਪਾਰਟੀ ਤੈਅ ਕਰ ਰਹੀ ਹੈ। ਸਾਡੇ ਜੋ ਮੁੱਦੇ ਹਨ ਉਹ ਜਿਸ ਤਰ੍ਹਾਂ ਸ਼ਰਮਾ ਸਾਹਿਬ ਨੇ ਕਿਹਾ ਉਹ ਹਮੇਸ਼ਾ ਕਾਂਗਰਸ ਪਾਰਟੀ ਦਾ ਪਹਿਲਾ ਮੁੱਦਾ ਵਿਕਾਸ ਹੀ ਰਿਹਾ ਹੈਗਾ। ਪਛੜੀਆਂ ਜਾਤੀਆਂ ਨੂੰ ਤੇ ਚੁੱਕਣਾ, ਉਹਨਾਂ ਨੂੰ ਬਰਾਬਰ ਦਾ ਦਰਜਾ ਦੇਣਾ, ਨਿਰਪੱਖ ਸੋਚ ਹੈਗੀ ਹੈ, ਕਿਸੇ ਧਰਮ ਪ੍ਰਤੀ ਸਾਡੀ ਸੋਚ ਨਹੀਂ ਹੈਗੀ। ਉਹ ਤੁਸੀਂ ਪੁਰਾਣਾ ਸਾਰਾ ਜੋ ਕਾਂਗਰਸ ਪਾਰਟੀ ਦਾ ਸੈਕੂਲਰ ਪਾਰਟੀ ਵੱਲੋਂ ਜਾਣੀ ਜਾਂਦੀ ਆ। ਔਰ ਮੇਨ ਸਾਡਾ ਐਜੂਕੇਸ਼ਨ, ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਲੋਕਾਂ ਨੂੰ ਵੀ ਬਰਾਬਰ ਦਾ ਦਰਜਾ ਦੇਣਾ, ਵਿਕਾਸ, ਹੈਲਥ, ਡਿਵੈਲਪਮੈਂਟ ਦਾ ਹੀ ਮੇਨ ਮੁੱਦਾ ਰਹੇਗਾ। ਜੀ ਧੰਨਵਾਦ ਤੁਹਾਡਾ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਿਆਨ ਸਿੰਘ ਜੀ ਧਾਲੀਵਾਲ ਜੁੜੇ ਹੋਏ। ਵੀਰ ਜੀ ਤੁਹਾਡਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਮਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਿੱਖ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਅੱਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਅੱਜ ਜਿਨ੍ਹਾਂ ਨੇ ਦੇਸ਼ ਨੂੰ, ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਜਾਨਾਂ ਨੂੰ ਕੁਰਬਾਨ ਕੀਤਾ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਤੇ ਸੁਖਦੇਵ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਜੋ ਸੋਚ ਲੈ ਕੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਸੋਚ ਪੂਰੀ ਹੋਵੇ। ਪੰਜਾਬ ਦੇ ਵਿੱਚ ਬਿਆਨ ਸਿੰਘ ਜੀ ਪਿਛਲੇ ਦੋ ਜਿਹੜੇ ਹੈਗੇ ਨੇ ਉਹਨਾਂ ਤੋਂ ਤੁਸੀਂ 2 ਵਾਰ ਲਗਾਤਾਰ ਜਿਹੜੀਆਂ ਤੁਹਾਡੀ ਸਰਕਾਰ ਅਕਾਲੀ ਦਲ ਬਾਦਲ ਦੀ ਹੈਗੀ ਹੈ, ਪੰਜਾਬ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ 2014 ਦੀਆਂ ਉਹਨਾਂ ਦਾ ਬਿਗਲ ਵੱਜ ਚੁੱਕਿਆ ਔਰ ਬਹੁਤ ਵੱਡਾ ਚੋਣ ਦੰਗਲ ਹੈ ਜਿਹੜਾ ਭਖ ਚੁੱਕਿਆ। ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਤੁਹਾਡੀ ਪਾਰਟੀ ਹੈ ਜਿਨ੍ਹਾਂ ਦਾ ਕਿ ਨੈਸ਼ਨਲ ਅਲਾਇੰਸ ਹੈਗਾ ਬੀਜੇਪੀ ਦੇ ਨਾਲ, ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਇਲੈਕਸ਼ਨ ਜਿਹੜੀ ਆ ਉਹ ਲੜਨ ਜਾ ਰਹੇ ਹੋ? ਦੇਖੋ ਜੀ, ਸਾਡਾ ਮੇਨ ਮੁੱਦਾ ਹੈਗਾ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨਾ, ਡਿਵੈਲਪਮੈਂਟ ਕਰਨੀ, ਕਿਉਂਕਿ ਇਨਫਰਾਸਟ੍ਰਕਚਰ ਬਹੁਤ ਸਾਡਾ ਮਾੜਾ ਸੀਗਾ। ਉਸ ਨੂੰ ਮਜ਼ਬੂਤ ਕਰਨ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਔਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਉਹਨਾਂ ਨੇ 2012 ਦੀਆਂ ਇਲੈਕਸ਼ਨ ਹੋਈ ਸੀ, ਉਹਦੇ ਵਿੱਚ ਵੀ ਇਹੀ ਸਾਡਾ ਮੁੱਦਾ ਸੀ ਕਿ ਵੀ ਡਿਵੈਲਪਮੈਂਟ ਤੇ ਅਸੀਂ ਇਲੈਕਸ਼ਨ ਲੜਨੀ ਆ। ਔਰ 2014 ਦੀਆਂ ਜੋ ਹਿੰਦੁਸਤਾਨ ਦੀਆਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਵੀ ਇਹੀ ਰੱਖਿਆ ਉਹਨਾਂ ਨੇ, ਡਿਵੈਲਪਮੈਂਟ ਦੇ ਮੁੱਦੇ ਨੂੰ, ਇਨਫਰਾਸਟ੍ਰਕਚਰ ਨੂੰ। ਜਿਸ ਤਰ੍ਹਾਂ ਤੁਸੀਂ ਰੋਡ 'ਚ ਲੈ ਲਓ, ਪਹਿਲਾਂ ਕੋਈ ਇੱਕ ਲਾਈਨ ਦੀਆਂ ਰੋਡਸ ਹੁੰਦੀਆਂ ਸੀ, ਉਹਨਾਂ ਨੂੰ 2 ਲਾਈਨ ਬਣਾਉਣਾ, 4 ਲਾਈਨ ਬਣਾਉਣਾ, 6 ਲਾਈਨ ਬਣਾਉਣਾ, ਓਵਰ ਬ੍ਰਿਜ ਬਣਾਉਣੇ, ਕਿਉਂਕਿ ਟ੍ਰੈਫਿਕ ਦਾ ਬੜਾ ਬਹੁਤ ਮੱਦਾ ਹਾਲ ਸੀ, ਬੜੀ ਪ੍ਰੋਬਲਮ ਸੀ, 4-4 ਘੰਟੇ ਟ੍ਰੇਨ ਨਹੀਂ ਆਉਂਦੀ ਸੀ, ਲੋਕ ਰਹਿੰਦੇ ਸੀਗੇ। ਔਰ ਹੈਲਥ ਔਰ ਸੀਵਰੇਜ ਔਰ ਐਜੂਕੇਸ਼ਨ, ਇਹ ਮੇਨ ਮੁੱਦੇ ਨੇ। ਔਰ ਇੰਪਲੋਇਮੈਂਟ ਪੈਦਾ ਕਰਨੀ, ਇਸ ਮੁੱਦੇ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਆ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਹੀ ਹੈ। ਜੀ ਧੰਨਵਾਦ ਤੁਹਾਡਾ। ਆਪ ਪਾਰਟੀ ਤੋਂ ਸੱਤਿਆ ਜੀ, ਜਿਹੜਾ ਟਿਕਟਾਂ ਵੰਡਣ ਦਾ ਜਿਹੜਾ ਪੈਮਾਨਾ ਸੀਗਾ ਇਸ ਵਾਰ ਜਿਹੜੀਆਂ ਲੋਕ ਸਭਾ ਦੀਆਂ ਜਿਹੜੀਆਂ ਇਲੈਕਸ਼ਨਸ ਜਦੋਂ ਡਿਕਲੇਅਰ ਹੋਈਆਂ ਉਸ ਤੋਂ ਬਾਅਦ ਆਪ ਪਾਰਟੀ ਜਿਹੜੀ ਕਿ ਨਵੀਂ ਪਾਰਟੀ ਹੈ ਬਿਲਕੁਲ, ਇਹਨਾਂ ਦਾ ਕੀ ਪੈਮਾਨਾ ਸੀਗਾ, ਕੀ ਜਿਹੜੇ ਮਾਪਦੰਡ ਨਿਰਧਾਰਿਤ ਕੀਤੇ ਗਏ ਸੀਗੇ ਉਮੀਦਵਾਰ ਜਿਹੜੇ ਚੂਜ਼ ਕਰਨ ਲਈ ਹਰ ਇੱਕ ਜਿਹੜੇ ਹਲਕੇ ਦੇ ਉੱਪਰੋਂ? मैं वीर जी एक तो मैं थोड़ा सा हिंदी ते पंजाबी मिक्स करांगा कारण कि मैं पंजाबी स्पीकिंग नहीं हैगा। तो कौन से जो हाँ जी तो देखो जी, आम आदमी पार्टी का जो मेन मुद्दा है वो है भ्रष्टाचार मुक्त भारत जी। उस भ्रष्टाचार का जो कारण है वो इलेक्शन की फंडिंग से चालू होता है जी। तो जो सबसे बड़ा जो क्राइटेरिया है जो कैंडिडेट को सिलेक्शन करने का, जो भी कैंडिडेट है वो उसके ऊपर कोई भी भ्रष्टाचार का चार्ज नहीं होना चाहिए, किसी भी किस्म का क्रिमिनल केस उसके ऊपर नहीं होना चाहिए, जेडे जो उम्मीदवार आपने चूज किए। हाँ जी। और उसके अलावा किसी भी कैंडिडेट का कैरेक्टर के ऊपर कोई दाग नहीं होना चाहिए जी। ये 3 मेजर मुद्दे हैं। और आज पार्टी ने जो 10th लिस्ट जारी की है उसके हिसाब से 322 कैंडिडेट्स ऑल ओवर इंडिया ते सिलेक्ट कर चुके, अनाउंस कर चुकी है। एक भी कैंडिडेट आज की तारीख में कोई नहीं दस सकता कि उन्होंने कोई भी कैंडिडेट नाल कोई भी किसी किस्म का कोई चार्ज है। जो कोई एक आध बंदा निकल के आया हैगा, जो सिस्टम हैगा, जो प्रोसेस हैगी, वो प्रोसेस नाल असी जो कैंडिडेट सिलेक्ट होंगे उसकी इन्फॉर्मेशन वैबसाइट से दी जाती है पब्लिक स्क्रूटनी वास्ते। तो वहाँ से कोई भी जो फीडबैक आए हैं उसके बेस पर कैंडिडेट रिमूव भी हुए हैं और
और फ्यूचर में भी वो प्रोसेस फॉलो होगा। मीन्स अगर किसी भी उम्मीदवार पे कोई दूषण साबित होता है तो उसको जो पार्टी है वो पार्टी ने उसको तुरंत expel रिमूव किया। करेगी, चाहे इलेक्शन तक भी। जो पार्टी ने, केजरीवाल साहब ने और पार्टी की जो मैनिफेस्टो में है, जो कॉन्स्टिट्यूशन में है, बहुत क्लियर लिखा हुआ है कि यदि कोई कैंडिडेट जी टिकट पाने में कामयाब हो गया किसी भी स्क्रूटनी की कमी की वजह से, जी तो इलेक्शन के एक दिन पहले भी यदि चीज़ नोटिस में आती है जी, तो उसका टिकट कैंसिल कर दिया पर जाएगा। वो तो फिर सीट अगर फिर वो वो खाली रह जाएगी, उसका सीट नुकसान नहीं होगा आम पार्टी आम को। आम आदमी पार्टी अपनी सीट खाली छोड़ देगी, जी लेकिन कोई भी दागी बंदा पार्लियामेंट ते नहीं पहुंचेगा। और दिल्ली इलेक्शन ते ये राजौरी गार्डन की सीट ते होया सीगा। ਉਹ ਕੇਸ ਇਲੈਕਸ਼ਨ ਤੋਂ ਇੱਕ ਹਫ਼ਤਾ ਪਹਿਲਾਂ ਲਖਨਊ ਦੀ ਬੈਂਚ ਤੇ ਕੇਸ ਉਜਾਗਰ ਹੋ ਗਿਆ ਸੀ ਔਰ ਪਾਰਟੀ ਉਹ ਕੈਂਡੀਡੇਟ ਦਾ ਨੋਮੀਨੇਸ਼ਨ ਕੈਂਸਲ ਕੀਤਾ। ਕੈਂਡੀਡੇਟ ਚੂੰਕਿ ਪ੍ਰੋਸੈਸ ਚਾਲੂ ਹੋ ਚੁੱਕੀ ਸੀ तो विड्रॉ नहीं कर सकती सी, पर पार्टी अपने नाल विड्रॉ किया सी और पार्टी उन्होंने कोई कैंपेन नहीं की और वो राजौरी गार्डन की कॉन्स्टिट्यूएंसी ते ਤੁਸੀਂ ਉਦਾਹਰਨ ਦੇ ਰਹੇ ਹੋ पूरा ਜਿਹੜੀਆਂ ਦਿੱਲੀ जो ਦੇ ਵਿੱਚ एक्चुअल ਵਿਧਾਨ ਸਭਾ एक्चुअल होया सी ਜੀ और यही स्टैंड आज भी हैगा। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਇਹ ਚੀਜ਼ ਤੁਸੀਂ ਕਹਿ Yes. ਰਹੇ ਹੋ ਕਾਇਮ ਹੈਗੀ। यस, तो मैं इत्थे ਤੁਹਾਡੇ चैनल नाल ਜੀ ਪ੍ਰੋਮਿਸ ਕਰਦਾ ਹਾਂ ਤੇ ਮੈਂ ਅਸੀਂ ਅਪੀਲ ਕਰਦਾ ਹਾਂ ਜੋ ਅਸੀਂ ਕੈਂਡੀਡੇਟ ਸਿਲੈਕਟ ਹੋਏ ਹੈਗੇ ਉਹਨਾਂ ਦੀ ਪਬਲਿਕ ਸਕਰੂਟਨੀ ਹਾਲੇ ਵੀ ਚਾਲੂ ਹੈ। ਜੇ ਤੁਹਾਨੂੰ ਕੋਈ ਵੀ ਕੈਂਡੀਡੇਟ ਬਾਰੇ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਪਾਰਟੀ ਨਾਲ ਭੇਜੋ ਔਰ ਜੇ ਉੱਥੇ ਕੋਈ ਚੀਜ਼ ਪ੍ਰੂਵ ਹੁੰਦੀ ਹੈ ਜੀ ਤਾਂ ਉਹ ਕੈਂਡੀਡੇਟ ਦਾ ਨੋਮੀਨੇਸ਼ਨ ਵਿਡਰੋ ਪਾਰਟੀ ਕਰੇਗੀ। ਜੀ ਚੱਲਦੇ ਆ ਜੀ ਭਾਜਪਾ ਦੇ ਲੀਡਰ ਸਾਹਿਬਾਨ ਕੋਲੇ। ਭਾਜਪਾ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਨੀਅਰ ਲੀਡਰ ਸੀਗੇ ਪੁਰਾਣੇ, ਜਿਹੜੇ ਕਿ ਦਿੱਗਜ ਵਜੋਂ ਜਾਣੇ ਜਾਂਦੇ ਸੀਗੇ ਭਾਜਪਾ ਦੇ ਨੈਸ਼ਨਲ ਲੈਵਲ ਦੇ ਜਿਹੜੇ ਲੀਡਰ ਸੀ, ਉਹਨਾਂ ਨੇ ਸ਼ੁਰੂ ਦੇ ਵਿੱਚ ਜਿਹੜੀ ਮੋਦੀ ਦੀ ਜਿਹੜੀ ਲੀਡਰਸ਼ਿਪ ਸੀਗੀ ਉਹਨੂੰ ਕਬੂਲਣ ਦੇ ਵਿੱਚ ਬਹੁਤ ਆਨਾਕਾਨੀ ਕੀਤੀ। ਜਿਸ ਤਰ੍ਹਾਂ ਲਾਲ ਕ੍ਰਿਸ਼ਨ ਅਡਵਾਨੀ ਜੀ ਸੀਗੇ ਜਾਂ ਹੋਰ ਬਹੁਤ ਸਾਰੇ, ਉਹਨਾਂ ਨੇ ਸ਼ੁਰੂ ਦੇ ਵਿੱਚ ਕਾਫੀ ਆਪਣਾ ਜਿਹੜਾ ਰੋਸ ਵੀ ਜਤਾਇਆ ਸੀ ਇਹਦੇ ਵਿੱਚ। ਇਹਦੇ ਪਿੱਛੇ ਕੀ ਕਾਰਨ ਸਨ, ਕਿਹੜੇ ਕਾਰਨ ਤੁਸੀਂ ਸਮਝਦੇ ਹੋ ਇਹਦੇ ਪਿੱਛੇ? ਇਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਜੀ ਵੀ ਕੋਈ ਵੀ ਪਾਰਟੀ ਉਹਦਾ ਡੈਮੋਕ੍ਰੇਟਿਕ ਸੈਟਅਪ ਹੋਣਾ ਚਾਹੀਦਾ ਜੀ। ਪਾਰਟੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਠੀਕ ਵੀ ਕੋਈ ਇੱਕ ਦਾ ਨਾਂ ਆ ਗਿਆ ਤੇ ਉਹਦੇ ਤੇ ਕੁਝ ਸੋਚ ਵਿਚਾਰ ਤੋਂ ਬਿਨਾਂ ਹੀ ਅਸੀਂ ਫੁੱਲ ਚੜਾ ਦਈਏ ਜੀ ਔਰ ਮੋਦੀ ਜੀ ਦਾ ਨਾਂ ਆਇਆ, ਖੁੱਲ੍ਹ ਕੇ ਵਿਚਾਰ ਹੋਈ, ਜੀ ਜਿਹਨੇ ਆਪਣੀ ਕੋਈ ਗੱਲ ਰੱਖਣੀ ਸੀ ਉਹਨਾਂ ਨੇ ਆਪਣੀ ਗੱਲ ਰੱਖੀ। ਜਿਵੇਂ ਤੁਸੀਂ ਅਡਵਾਨੀ ਜੀ ਦੇ ਬਾਰੇ ਗੱਲ ਕਹਿੰਦੇ ਹੋ, ਉਹਨਾਂ ਨੇ ਵੀ ਆਪਣੀਆਂ ਗੱਲਾਂ ਰੱਖੀਆਂ, ਪਰ ਜਦੋਂ ਕੰਸੈਂਸਸ ਬਣੀ ਤਾਂ ਅਖੀਰ ਦੇ ਵਿੱਚ ਉਹ ਸਾਰੇ ਮੋਦੀ ਜੀ ਦੇ ਨਾਲ ਸਹਿਮਤੀ ਨਾਲ ਉਹਨਾਂ ਦੇ ਨਾਲ ਚੱਲੇ। ਔਰ ਉਸੇ ਜੋ ਮੀਟਿੰਗ ਸੀ, ਉਸੇ ਮੀਟਿੰਗ ਦੇ ਵਿੱਚ ਅਡਵਾਨੀ ਜੀ ਨੇ ਵੀ ਐਲਾਨ ਕੀਤਾ ਵੀ 2014 ਦੇ ਵਿੱਚ ਜੂਨ ਦੇ ਵਿੱਚ ਮੋਦੀ ਜੀ ਪ੍ਰਧਾਨ ਮੰਤਰੀ ਹੋਣ। ਬਣ ਜੀ। ਕਾਂਗਰਸ ਦੇ ਜਿਹੜੇ ਚੱਠਾ ਸਾਹਿਬ ਸਾਡੇ ਕੋਲ ਪਹੁੰਚੇ, ਉਹਨਾਂ ਕੋਲੇ ਚੱਲਦੇ ਹਾਂ ਜੀ। ਟਿਕਟਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਦੇਰੀ ਹੋਈ ਪੰਜਾਬ ਦੇ ਵਿੱਚ ਜਿਹੜੀਆਂ ਟਿਕਟਾਂ ਅਨਾਉਂਸ ਕਰਨ ਦੇ ਵਿੱਚ ਲੋਕ ਸਭਾ ਇਲੈਕਸ਼ਨਸ ਦੀਆਂ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਹੋਰ ਪਾਰਟੀਆਂ ਨੇ ਜਿਸ ਤਰ੍ਹਾਂ ਹਾਕਮ ਧਿਰ ਅਕਾਲੀ ਦਲ ਬਾਦਲ, ਇਹਨਾਂ ਦੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਨੇ ਤਕਰੀਬਨ ਲਗਭਗ ਇੱਕ ਗੇੜ ਜਿਹੜਾ ਆਪਣੇ ਹਲਕੇ ਦੇ ਪਿੰਡਾਂ ਦਾ ਜਾਂ ਜਿਹੜੇ ਉਹਨਾਂ ਦੇ ਉਸ ਹਲਕੇ ਦੇ ਵਿੱਚ ਅੱਗੇ ਜਿਹੜੇ ਵਿਧਾਨ ਸਭਾ ਦੇ ਖੇਤਰ ਆਉਂਦੇ ਆ ਉਹਨਾਂ ਦੇ ਵਿੱਚ ਆਪਣਾ ਇੱਕ ਜਿਹੜਾ ਗੇੜ ਆ ਉਹ ਪੂਰਾ ਉਹ ਕਰ ਚੁੱਕੇ ਆ। ਕੀ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਇਹ ਜਿਹੜੀ ਹੋਈ ਦੇਰੀ ਹੈ ਇਹਦੇ ਨਾਲ ਜਿਹੜਾ ਕਾਂਗਰਸ ਨੂੰ ਜਿਹੜੀਆਂ ਉਹਨਾਂ ਇਲੈਕਸ਼ਨਾਂ ਦੇ ਉੱਪਰ ਜਿਹੜੀ ਫਾਈਟ ਹੈ ਜਿਹੜੀ ਉਹ ਮੁਸ਼ਕਲ ਹੋ ਜੂਗੀ? ਅਮਨ ਜੀ, ਗੱਲ ਇਸ ਤਰ੍ਹਾਂ ਹੈ, ਕਾਂਗਰਸ ਬਹੁਤ ਵੱਡੀ ਪਾਰਟੀ ਹੈ ਹਿੰਦੁਸਤਾਨ ਦੀ। ਲੋਕ ਸਭਾ ਦਾ ਤੁਹਾਨੂੰ ਪਤਾ ਹੀ ਆ, ਜੋ ਹਲਕਾ ਹੁੰਦਾ ਹੈਗਾ ਉਹ ਵਿਧਾਨ ਸਭਾ ਨਾਲੋਂ ਬਹੁਤ ਵੱਡਾ ਹੁੰਦਾ ਤੇ ਉਹ ਹਮੇਸ਼ਾ ਦੇਖਣਾ ਹੁੰਦਾ ਵੀ ਜੋ ਅਸੀਂ ਕੈਂਡੀਡੇਟ ਕਿਹੜਾ ਅੱਛਾ ਉਤਾਰੀਏ ਤਾਂ ਜੋ ਜਿੱਤ ਹਾਸਲ ਹੋਵੇ। ਉਹਦੇ ਵਿੱਚ ਮੈਂ ਮੰਨਦਾ ਥੋੜੀ ਦੇਰੀ ਹੋ ਰਹੀ ਆ, ਪਰ ਉਹਦੇ ਵਿੱਚ ਪਾਰਟੀ ਨੇ ਹਮੇਸ਼ਾ ਦੇਖਣਾ ਹੁੰਦਾ। ਜਿਸ ਤਰ੍ਹਾਂ ਕੈਪਟਨ ਸਾਹਿਬ ਤੁਹਾਨੂੰ ਪਤਾ ਲੱਗ ਚੁੱਕਿਆ ਕਿ ਅੰਮ੍ਰਿਤਸਰ ਤੋਂ ਆ ਗਏ ਆ ਜੀ। ਕੈਪਟਨ ਅਮਰਿੰਦਰ ਸਿੰਘ ਅਨਾਉਂਸ ਹੋ ਚੁੱਕਿਆ ਜੀ, ਬਿਲਕੁਲ। ਉਹਦੇ ਨਾਲ ਪਹਿਲਾਂ ਅਸੀਂ ਦੇਖ ਰਹੇ ਸੀਗੇ ਵੀ ਬੀਜੇਪੀ ਵੱਲੋਂ ਕੌਣ ਕੈਂਡੀਡੇਟ ਆਏਗਾ, ਸੂਟੇਬਲ ਕੈਂਡੀਡੇਟਸ ਜੀ, ਬਿਲਕੁਲ। ਤੇ ਜਿਸ ਤਰ੍ਹਾਂ ਉਹ 5-6 ਜਿਹੜੀਆਂ ਸਾਡੀਆਂ ਰਹਿੰਦੀਆਂ ਨੇ ਉਹਦੇ ਵਿੱਚ ਸਿਰਫ ਇਹੀ ਪਾਰਟੀ ਸੋਚ ਰਹੀ ਆ ਵੀ ਵੱਧ ਤੋਂ ਵੱਧ ਜੋ ਚੰਗਾ ਕੈਂਡੀਡੇਟ ਆ, ਸਟਰੋਂਗ ਕੈਂਡੀਡੇਟ ਅਸੀਂ ਹਾਕਮ ਧਿਰ ਦੇ ਲੈ ਕੇ ਆਈ। ਉਹਦੇ ਕਰਕੇ ਥੋੜੀ ਦੇਰੀ ਹੋ ਰਹੀ ਆ। ਬਾਕੀ ਕੈਂਡੀਡੇਟ ਆਪਣਾ ਕੰਮ ਕਰ ਰਹੇ ਆ, ਪਾਰਟੀ ਦੇ ਜਿੰਨੇ ਵਰਕਰ ਨੇ ਆਪਣੇ ਆਪਣੇ ਇਲਾਕੇ ਦੇ ਵਿੱਚ ਕੰਮ ਕਰ ਰਹੇ ਆ, ਕਿਉਂਕਿ ਲੋਕ ਸਭਾ ਦਾ ਜਿਹੜਾ ਹਲਕਾ ਹੁੰਦਾ ਉਹ 9 ਵਿਧਾਨ ਸਭਾ ਦੇ ਹਲਕਿਆਂ ਦੇ ਇੱਕ ਥੱਲੇ ਆਉਂਦਾ ਹੈਗਾ। ਸੋ ਦੇਖਣਾ ਹੁੰਦਾ ਪਾਰਟੀ ਨੇ, ਜਿਸ ਤਰ੍ਹਾਂ ਹੁਣ ਕੈਪਟਨ ਸਾਹਿਬ ਨੂੰ ਵੀ
ਹਾਈ ਕਮਾਂਡ ਨੇ ਕਿਹਾ ਹੈਗਾ ਵੀ ਤੁਸੀਂ ਉੱਥੋਂ ਇਲੈਕਸ਼ਨ ਲੜੋ, ਅੰਮ੍ਰਿਤਸਰ ਤਾਂ ਉਹ ਮੈਨੂੰ ਲੱਗਦਾ ਹੈਗਾ ਵੀ ਉਹ ਵੀ ਸੀਟ ਕਾਂਗਰਸ ਦੀ ਉੱਥੋਂ ਪੱਕੀ ਹੋ ਜਾਵੇਗੀ। ਅੰਮ੍ਰਿਤਸਰ ਤੋਂ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਭਾਈ ਸਾਹਿਬ, ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਗੱਠਜੋੜ ਹੈ ਬਹੁਤ ਪੁਰਾਣਾ ਹੈ। ਬਾਦਲ ਸਾਹਿਬ ਦਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਬੀਜੇਪੀ ਦੇ ਨਾਲ ਗੱਠਜੋੜ ਹੈ, ਪਰ ਹਰਿਆਣਾ ਦੇ ਵਿੱਚ ਜਿਹੜਾ ਲੋਕ ਦਲ ਪਾਰਟੀ ਹੈਗੀ ਆ, ਜਿਹਨੂੰ ਕਿ ਚੌਟਾਲਾ ਫੈਮਿਲੀ ਹੈ ਜਿਹੜੀ, ਉਹ ਸਰਪ੍ਰਸਤ ਨੇ ਉਸ ਪਾਰਟੀ ਦੇ। ਨੈਸ਼ਨਲ ਲੈਵਲ ਤੇ ਜਿਹੜਾ ਅਲਾਇੰਸ ਹੈਗਾ ਅਕਾਲੀ ਦਲ ਦਾ, ਉਹ ਬੀਜੇਪੀ ਦੇ ਨਾਲ ਹੈਗਾ, ਪਰ ਹਰਿਆਣਾ ਦੇ ਵਿੱਚ ਜਿਹੜਾ ਇਹ ਕਿਉਂਕਿ ਪਿੱਛੇ ਉਹਨਾਂ ਦੇ ਜਿਹੜਾ ਪੋਤਰਾ ਸੀਗਾ ਓਮ ਪ੍ਰਕਾਸ਼ ਚੌਟਾਲਾ ਦਾ, ਉਹਦੇ ਜਿਹੜੇ ਨਾਮਜ਼ਦਗੀ ਪੱਤਰ ਜਿਸ ਦਿਨ ਭਰਨੇ ਸਨ ਤਾਂ ਸੁਖਬੀਰ ਸਿੰਘ ਬਾਦਲ ਉੱਥੇ ਜਿਹੜੇ ਆਪ ਉਹਨਾਂ ਦੀ ਵਿਸ਼ੇਸ਼ ਹਾਜ਼ਰੀ ਉੱਥੇ ਸੀਗੀ। ਕੀ ਜਿਹੜਾ ਇਹ ਹਰਿਆਣਾ ਦੇ ਵਿੱਚ ਜਿਹੜਾ ਲੋਕ ਦਲ ਦੇ ਨਾਲ ਜਿਹੜਾ ਗੱਠਜੋੜ ਹੈਗਾ, ਕੀ ਇਹ ਪ੍ਰਭਾਵਿਤ ਕਰੇਗਾ ਜਿਹੜਾ ਤੁਹਾਡਾ ਨੈਸ਼ਨਲ ਅਲਾਇੰਸ ਹੈ ਭਾਜਪਾ ਦੇ ਨਾਲ, ਉਹਦੇ ਉੱਪਰ ਕੋਈ ਪ੍ਰਭਾਵ ਪਵੇਗਾ ਇਸ ਚੀਜ਼ ਦਾ ਜੀ? ਅਮਨ ਜੀ ਦੇਖੋ, ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕਹਿੰਦੇ ਹੁੰਦੇ ਆ ਖੂਨ ਦਾ ਰਿਸ਼ਤਾ ਜੀ, ਇਹ ਕਦੇ ਵੀ ਨਹੀਂ ਟੁੱਟੇਗਾ ਜੀ। ਔਰ ਜਿੱਥੇ ਗੱਲ ਹਰਿਆਣੇ ਦੀ ਰਹੀ, ਹਰਿਆਣੇ ਦੇ ਵਿੱਚ ਪਹਿਲਾਂ ਵੀ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਾਂ ਉਦੋਂ ਪਹਿਲਾਂ ਇਲੈਕਸ਼ਨਾਂ ਵੀ ਹੋਈਆਂ, ਉੱਥੇ ਚਟਾਲਾ ਸਾਹਿਬ ਦੇ ਨਾਲ ਬਾਦਲ ਸਾਹਿਬ ਦਾ ਬਹੁਤ ਦੋਸਤੀ ਆ, ਪੁਰਾਣਾ ਰਿਸ਼ਤਾ ਉਹਨਾਂ ਦਾ, ਤੇ ਉੱਥੇ ਅਲਾਇੰਸ। ਸੌਰੀ ਮੈਂ ਤੁਹਾਡੀ ਗੱਲ ਵਿੱਚੋਂ ਟੋਕ ਰਿਹਾ, ਉੱਥੋਂ ਉਮੀਦਵਾਰ ਭਾਜਪਾ ਨੇ ਆਲਰੇਡੀ ਖੜੇ ਕਰ ਦਿੱਤੇ ਆ। ਦੇਖੋ ਹਰਿਆਣੇ ਨੂੰ ਛੱਡ ਕੇ ਜੀ, ਕਿਉਂਕਿ ਬਾਦਲ ਸਾਹਿਬ, ਮੋਦੀ ਸਾਹਿਬ, ਜੋ ਰਾਜਨਾਥ ਜੀ ਸੀਨੀਅਰ ਲੀਡਰ ਨੇ, ਉਹਨਾਂ ਨੂੰ ਬਾਦਲ ਸਾਹਿਬ ਨੇ ਸਾਰੀ ਗੱਲ ਇਹ ਪਹਿਲਾਂ ਹੀ ਦੱਸੀ ਹੋਈ ਆ। ਔਰ ਹਰਿਆਣੇ ਦੇ ਵਿੱਚ ਕੋਈ ਫਰਕ ਨਹੀਂ ਪਵੇਗਾ, ਇਹ ਅਲਾਇੰਸ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਔਰ ਨੈਸ਼ਨਲ ਲੈਵਲ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਾ ਜਿਹੜਾ ਅਲਾਇੰਸ ਆ, ਇਹ ਪੱਕਾ ਮਜ਼ਬੂਤ ਹੈ ਜੀ। ਸੋ ਤੁਹਾਡੇ ਕਹਿਣ ਦੇ ਮੁਤਾਬਕ ਵੀ ਹਰਿਆਣਾ 'ਚ ਇਕੱਲਾ ਹੈ ਉਹਨਾਂ ਦੇ ਨਾਲ ਲੋਕ ਦਲ ਨਾਲ ਲੜ ਕੇ? ਬਾਦਲ ਸਾਹਿਬ ਕੋਸ਼ਿਸ਼ ਵੀ ਕਰ ਰਹੇ ਸੀਗੇ, ਸ਼ਾਇਦ ਹੋ ਵੀ ਜਾਵੇ ਜੀ, ਅਜੇ ਟਾਈਮ ਹੈ। ਅਲਾਇੰਸ ਸਾਡਾ ਜੇ ਚਟਾਲਾ ਸਾਹਿਬ ਦੇ ਨਾਲ ਤੇ ਭਾਜਪਾ ਦਾ ਵੀ ਇਕੱਠਾ ਹੋ ਸਕਦਾ ਜੀ। ਅਦਰਵਾਈਜ਼ ਫਿਰ ਨਹੀਂ ਤਾਂ ਵਿਰੋਧ ਹੋਵੇਗਾ ਉੱਥੋਂ ਭਾਜਪਾ ਦੇ ਉਮੀਦਵਾਰ? ਦੇਖੋ ਵਿਰੋਧ ਨਹੀਂ, ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਚਟਾਲੇ ਦੇ ਜਿੰਨੇ ਉਮੀਦਵਾਰ ਆ ਉਹਨਾਂ ਦੀ ਮਦਦ ਕਰੇਗਾ, ਵਿਰੋਧ ਨਹੀਂ ਕਰੇਗਾ ਭਾਰਤੀ ਜਨਤਾ ਪਾਰਟੀ ਦਾ ਜੀ। ਆਪ ਪਾਰਟੀ ਤੋਂ ਤੁਸੀਂ ਇੱਥੇ ਆਏ ਹੋ ਜੀ, ਜਿਹੜਾ ਆਪ ਪਾਰਟੀ ਦੇ ਉੱਪਰ ਬਹੁਤ ਸਾਰੇ ਜਿਹੜੇ ਉਮੀਦਵਾਰ ਸੀਗੇ ਜੋ ਲੋਕ ਸਭਾ ਦੇ ਜਿਹੜੇ ਇਲੈਕਸ਼ਨਸ ਦੇ ਲਈ ਜਿਹੜੇ ਨੋਮੀਨੀ ਹੋਏ ਸੀਗੇ, ਆਪ ਪਾਰਟੀ ਦੇ ਜਿਹੜਾ ਤੁਹਾਡਾ ਕੇਂਦਰੀ ਜਿਹੜਾ ਦਫ਼ਤਰ ਹੈਗਾ ਦਿੱਲੀ ਤੋਂ ਜਿਹੜਾ ਹੈੱਡਕੁਆਟਰ ਹੈ, ਬਹੁਤ ਸਾਰੇ ਜਿਹੜੇ ਕੈਂਡੀਡੇਟ ਸੀਗੇ, ਜਿਸ ਤਰ੍ਹਾਂ ਚੰਡੀਗੜ੍ਹ ਤੋਂ ਸਵਿਤਾ ਭੱਟੀ ਸੀਗੀ, ਇੱਕ ਦੋ ਹੋਰ ਵੀ ਜਿਹੜੇ ਕੈਂਡੀਡੇਟ ਸੀਗੇ, ਉਹਨਾਂ ਦੇ ਜਿਹੜੀਆਂ ਟਿਕਟ ਸੀਗੀਆਂ ਉਹਨਾਂ ਨੇ ਉਹ ਪਾਰਟੀ ਨੂੰ ਵਾਪਸ ਕੀਤੀਆਂ ਕਿ ਅਸੀਂ ਨਹੀਂ ਫਾਈਟ ਕਰਨਾ। ਕੀ ਇਹਦੇ ਪਿੱਛੇ ਕੀ ਕਾਰਨ ਸੀਗੇ ਜਿਹੜੇ, ਕੀ ਉਹਨਾਂ ਨੂੰ ਇਹ ਡਰ ਸੀਗਾ ਕਿਉਂਕਿ ਪਾਰਟੀ ਨਵੀਂ ਹੋਣ ਕਰਕੇ, ਜਾਂ ਕੋਈ ਹੋਰ ਵੱਡੇ ਕਾਰਨ ਸੀਗੇ ਇਹਦੇ ਪਿੱਛੇ ਜੀ? आपको सभी जानते हैं आम आदमी पार्टी बिल्कुल नवी पार्टी है जी, और जो पार्टी के कैंडिडेट सिलेक्शन है जी, उसके अंदर सारे कैंडिडेट वो लिए जा रहे हैं जो किसी न किसी रूप में जनता से जुड़े हैं, जी, जिनके ऊपर किसी भी किस्म का किसी भी तरह का कोई भी चार्ज नहीं है। जी। तो उसके बाद एक या दो केस जो हुए हैं, जो आपने नाम लिया सविता भट्टी और दिल्ली में एक कैंडिडेट का केस हुआ है, जी, तो ये उनकी अपनी चॉइस है, क्योंकि पार्टी में कोई हाई कमांड कल्चर नहीं है, कोई नॉमिनेशन कल्चर नहीं है कि आपने किसी को भी पकड़ा और उसको कर दिया। मतलब पार्टी नॉमिनेशन इनवाइट करती है जी, और उसके बाद उसके ऊपर सारी अप टू पॉलिटिकल अफेयर्स कमेटी उस पर डिसीजन लेती है और उसके बाद टिकट जो है नॉमिनेट होता है, जो फाइनली जो अनाउंस होता है। तो उसमें एक या दो केस में उन्होंने कैंडिडेट खुद विड्रॉ किया है, सो इट इज़ देयर चॉइस। सो उसमें मुझे कोई ऐसा मेजर, मेरी इन्फॉर्मेशन नहीं है कि कोई ऐसा मेजर इशू था, सो इट इज़ देयर ओन चॉइस। सो जी, पर एंड जी, जी, एंड एज ए डेमोक्रेसी आई थिंक इट इज़ गोइंग गुड एक्चुअली कि एंड वन मोर इम्पॉर्टेंट थिंग, जो सविता भट्टी, शी इज स्टिल विद द पार्टी, शी इज सपोर्टिंग द पार्टी एंड शी इज़ विद द पार्टीज आइडियोलॉजी। सो ये एक बहुत अच्छी बात है कि यहाँ पर जो कैंडिडेट्स हैं उनको इस बात का लालच नहीं है कि हमें टिकट चाहिए और हमें उसके ऊपर चिपकना है। सो इफ़ दे फील दैट वी डोंट वांट, दैट इज़ देयर डिसीजन व्हिच वी वेलकम। ਜੀ। ਔਰ ਬਹੁਤ ਸਾਰੇ ਹਲਕੇ ਇਦਾਂ ਦੇ ਵੀ ਹੈਗੇ ਆ, ਜਿਸ ਤਰ੍ਹਾਂ ਸੰਗਰੂਰ ਤੋਂ ਭਗਵੰਤ ਮਾਨ ਨੂੰ ਜਿਸ ਦਿਨ ਟਿਕਟ ਦੀ ਅਨਾਉਂਸਮੈਂਟ ਹੋਈ ਸੀਗੀ, ਉਸ ਤੋਂ ਪਹਿਲਾਂ ਜਿਹੜੀ ਉੱਥੇ ਸੰਗਰੂਰ ਇਕਾਈ ਸੀਗੀ, ਜਿਹੜੀ ਆਪ ਪਾਰਟੀ ਦੀ ਜਿਹੜੀ ਸੰਗਰੂਰ ਦੀ ਜਿਹੜੀ ਉਹ ਹਲਕੇ ਦੀ ਜਿਹੜੀ ਲੋਕ ਸਭਾ ਦੇ ਦੀ ਇਕਾਈ ਸੀਗੀ, ਉਹਨਾਂ ਨੇ ਬਹੁਤ ਭਾਰੀ ਵਿਰੋਧ ਜਤਾਇਆ ਸੀ ਕਿ ਅਸੀਂ ਬਹੁਤ ਲੰਮੇ ਸਮੇਂ ਤੋਂ ਜਿਹੜੇ ਉਹ ਆਪ ਪਾਰਟੀ ਨਾਲ ਜੁੜੇ ਹੋਏ ਆ, ਪਰ ਇਹ ਜਿਹੜਾ ਇਹ ਕਲਚਰ ਹੁਣ ਜਿਹੜਾ ਆਪ ਪਾਰਟੀ ਦੇ ਵਿੱਚ ਚੱਲ ਪਿਆ ਕਿ ਜਿਹੜੇ ਉਮੀਦਵਾਰ ਨੇ ਜਿਹੜੇ ਦਿੱਲੀ ਤੋਂ ਪੈਰਾਸ਼ੂਟ ਰਾਹੀਂ ਉਤਾਰੇ ਜਾ ਰਹੇ, ਜਿਸ ਤਰ੍ਹਾਂ ਭਗਵੰਤ ਮਾਨ ਰੀਸੈਂਟਲੀ ਪੀਪੀਪੀ ਨੂੰ ਛੱਡ ਕੇ ਆਪ ਪਾਰਟੀ 'ਚ ਸ਼ਾਮਲ ਹੋਏ, ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਆਮ ਵਰਕਰ ਆ ਉਹਨਾਂ ਦੇ ਹੌਸਲਿਆਂ ਦੇ ਉੱਪਰ ਕੋਈ
ਤੁਹਾਨੂੰ ਨਹੀਂ ਲੱਗਦਾ ਵੀ ਹੌਸਲੇ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਆਸ ਹੁੰਦੀ ਹੈ ਕਿ ਸਾਨੂੰ ਟਿਕਟ ਮਿਲੂਗੀ? देखिए, आपकी बात सही है, कहीं न कहीं थोड़ा डिससेटिस्फेक्शन हो सकता है, लेकिन हम सभी जानते हैं कि सबको टिकट मिलना मुश्किल है। और पार्टी का जहाँ तक सवाल है, मतलब सभी वॉलंटियर्स की रजामंदी और सहमति से ही काम है, पर डेमोक्रेसी के अंदर फिर भी मेरा अपना पर्सनल मानना है कि यू कैन नॉट सेटिस्फाई एवरीबडी ऑल द टाइम, तो उसमें कहीं न कहीं विरोध होता है। लेकिन जो एक जैसे केजरीवाल साहब का है कि भाई ये पार्टी जो है राजनीति है, कि हम थोड़ा सा उस पर चर्चा करें, क्योंकि ये बहुत इंपॉर्टेंट डिस्कशन है कि राजनीति आखिर है क्या। तो केजरीवाल ने बहुत शुरू से बोला एक्चुअली कि इसमें वही लोग आए जो पार्टी का, जैसे मैं वॉलंटियर हूँ, तो वही वॉलंटियर आए जो देश सेवा के लिए कुछ करना चाहता है। तो राजनीति कोई पर्सनल एम्बिशन नहीं है, ये कोई बिजनेस नहीं है कि मैं राजनीति में इसलिए जा रहा हूँ कि मुझे वहाँ से कुछ कमाना है। ये एक प्योर सेवा है, समाज सेवा है। इसको एज अ कैरियर नहीं आप यूज कर सकते हैं। हाँ, राजनीति कोई कैरियर नहीं है जी, ये एक प्योर 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 सेवा है। तो उसमें वही लोग आए जो सेवा कर सकते हैं। यदि आपके अंदर सेवा भाव है तो उसमें यदि किसी का लेट अस से कि विरोध हुआ, तो उसमें इसका मतलब कुछ लोग ऐसे हैं जो टिकट पाना चाहते हैं। पार्टी को वो नहीं चाहिए, पार्टी को वो लोग चाहिए जो बोलते हैं हम ठीक है, हम सेवा करेंगे और हमें यदि टिकट मिलता है तो वो भी एक सेवा है, और नहीं मिलता है तो भी एक सेवा है। तो उस पॉइंट ऑफ व्यू से आगे बढ़ रहे हैं, और उसमें कहीं कोई विरोध होता है तो पार्टी उसको भी वेलकम करती है कि ठीक है आप विरोध कीजिए, और उसके बाद यदि आप पार्टी में रहें तो अच्छे से रहें, सेवा भाव से रहें। यदि नहीं है तो आप अलग होना चाहें, अलग हो सकते हैं जी। तो पार्टी उस फिलॉसफी पे आगे चल। ਜੀ ਥੈਂਕ ਯੂ ਤੁਹਾਡਾ। ਭਾਈ ਸਾਹਿਬ, ਟਿਕਟਾਂ ਦੀ ਭਾਜਪਾ ਵੱਲੋਂ ਵੀ ਟਿਕਟਾਂ ਦੀ ਵੰਡ ਵਿੱਚ ਬਹੁਤ ਦੇਰੀ ਹੋਈ, ਔਰ ਬਹੁਤ ਸਾਰੇ ਹਲਕੇ ਜਿਹੜੇ ਆ ਉਹ ਬਦਲੇ ਵੀ ਗਏ। ਜਿਸ ਤਰ੍ਹਾਂ ਚੰਡੀਗੜ੍ਹ ਤੋਂ ਜਿਹੜਾ ਕਿਰਨ ਖੇਰ ਨੂੰ ਇੱਕਦਮ ਪੈਰਾਸ਼ੂਟ ਰਾਹੀਂ ਉਤਾਰਿਆ ਗਿਆ, ਔਰ ਜਿਹੜੀ ਉੱਥੇ ਜਿਹੜੇ ਤੁਹਾਡੇ ਭਾਜਪਾ ਦੇ ਜਿਹੜੇ ਉੱਥੇ ਮੌਜੂਦਾ ਜਿਹੜੇ ਲੀਡਰ ਸਾਹਿਬਾਨ ਸੀਗੇ, ਉਹਨਾਂ ਦਾ ਸ਼ੁਰੂ ਦੇ ਵਿੱਚ ਕਾਫੀ ਉਹਨਾਂ ਨੂੰ ਵਿਰੋਧ ਵੀ ਜਤਾਇਆ। ਪਿੱਛੇ ਨਿਊਜ਼ ਦੇ ਵਿੱਚ ਵੀ ਆਉਂਦਾ ਰਿਹਾ, ਜਦੋਂ ਉਹਨਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਸੀਗੀ ਉਹਦੇ ਵਿੱਚ ਵੀ ਉਹਨਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ। ਜਿਹੜੀ ਟਿਕਟਾਂ ਦੇ ਵੰਡ ਵਿੱਚ ਦੇਰੀ ਹੈ, ਇਹਦੇ ਨਾਲ ਭਾਜਪਾ ਨੂੰ ਕੁਛ ਹੱਦ ਤੱਕ ਨੁਕਸਾਨ ਤਾਂ ਹੋਵੇਗਾ? ਅਮਨ ਜੀ, ਵੱਡੀ ਪਾਰਟੀ ਆ ਜੀ, ਸਾਰੇ ਜਿਹੜੀਆਂ ਟਿਕਟਾਂ ਨੇ ਇੱਕ ਟਾਈਮ ਤੇ ਅਨਾਉਂਸ ਕਰਨੀਆਂ ਮੁਸ਼ਕਲ ਹੁੰਦੀਆਂ। ਜੀ, ਬੜੇ ਸੋਚ ਵਿਚਾਰ ਕੇ ਪਾਰਟੀ ਇਹ ਇਲੈਕਸ਼ਨ ਦੇ ਵਿੱਚ ਕੁੱਦੀ ਆ, ਜੀ, ਜਿੱਤ ਨੂੰ ਮੂਹਰੇ ਰੱਖ ਕੇ ਚੱਲੇ ਆ। ਜੀ, ਜੋ ਇੰਡੀਆ ਦਾ ਇਲੈਕਸ਼ਨ ਆ ਉਹ ਆਪਾਂ ਆਮ ਹੀ ਸੁਣਦੇ ਆ ਜਾਂ ਕਹਿੰਦੇ ਰਹਿੰਦੇ ਆ ਕਿ ਹਵਾ ਦਾ ਇਲੈਕਸ਼ਨ। ਜੀ, ਜਿਸ ਤਰ੍ਹਾਂ ਦੀ ਹਵਾ ਹਿੰਦੁਸਤਾਨ 'ਚ ਇਸ ਵਾਰੀ ਚੱਲੀ ਆ, ਜੀ, ਜਿਹੜੇ ਕੈਂਡੀਡੇਟ ਥੋੜੇ ਬਹੁਤ ਕੋਈ ਲੇਟ ਹੋਏ ਨੇ, ਉਹਨਾਂ ਦੇ ਉੱਤੇ ਇੱਕ ਜਗ੍ਹਾ ਤੋਂ 5-5 8-8 10-10 ਕੈਂਡੀਡੇਟ ਦੀ ਡਿਮਾਂਡ ਸੀ ਵੀ ਕਿਹਨੂੰ ਲੜਾਇਆ ਜਾਵੇ। ਇਹ ਪੈਮਾਨਾ ਭਾਈ ਸਾਹਿਬ ਕੀ ਹੁੰਦਾ? ਪਹਿਲਾਂ ਕੋਈ ਲਿਸਟਾਂ ਲਈਆਂ ਜਾਂਦੀਆਂ ਜਾਂ ਪਹਿਲਾਂ ਐਪਲੀਕੇਸ਼ਨਸ ਲਈਆਂ ਜਾਂਦੀਆਂ ਭਾਜਪਾ ਵੱਲੋਂ? ਨਹੀਂ, ਐਪਲੀਕੇਸ਼ਨ ਤਾਂ ਕੋਈ ਵੀ ਸਧਾਰਨ ਵਿਅਕਤੀ ਵੀ ਦੇ ਸਕਦਾ, ਨੁਮਾਇੰਦਾ ਦੇ। ਪਰ ਪਾਰਟੀ ਨਾਲ ਕਿੰਨੀ ਦੇਰ ਤੋਂ ਕੋਈ ਵਿਅਕਤੀ ਜੁੜਿਆ ਹੋਇਆ, ਜੀ, ਦੇਸ਼ ਭਗਤੀ ਨੂੰ ਪਹਿਲਾਂ ਪ੍ਰਮੁੱਖਤਾ ਦਿੱਤੀ ਜਾਂਦੀ ਹੈ, ਜੀ, ਤੇ ਔਰ ਲੋਕਾਂ ਦੇ ਵਿੱਚ ਬੰਦਾ ਕਿੰਨਾ ਵਿਚਰਦਾ। ਜੀ, ਬੜੀ ਪੁਰਾਣੀ ਪਾਰਟੀ ਹੋਣ ਕਰਕੇ ਬੜੇ ਲੋਕ ਸ਼ੁਰੂ ਤੋਂ ਜੁੜੇ ਹੋਏ ਨੇ। ਜੀ, ਕੁਝ ਨਵੇਂ ਲੋਕ ਵੀ ਆਏ ਸੀ, ਉਹਨਾਂ ਦੀ ਵੀ ਐਡਜਸਟਮੈਂਟ ਜ਼ਰੂਰੀ ਸੀ। ਜ਼ਰੂਰੀ ਸੀ। ਜਿਵੇਂ ਤੁਸੀਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਚੰਡੀਗੜ੍ਹ ਦਾ, ਜੀ, ਚੰਡੀਗੜ੍ਹ ਦੇ ਵਿੱਚ ਇਹ ਸੀਟ ਨੂੰ ਅਸੀਂ ਹਰ ਹਾਲਤ 'ਚ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੀ ਚੰਡੀਗੜ੍ਹ ਦੀ ਸੀਟ ਪਹਿਲਾਂ ਉੱਥੋਂ ਪਿਛਲੀ ਵਾਰੀ ਮੁਕਾਬਲਾ ਜੋ ਹੋਇਆ ਸੀ ਜੈਨ ਸਾਹਿਬ ਦਾ ਔਰ ਆਪਣੇ ਕਾਂਗਰਸ ਕੈਂਡੀਡੇਟ ਦਾ, ਜੀ, ਤੇ ਪਵਨ ਬਾਂਸਲ ਜੀ ਦਾ, ਉਹ 'ਚ ਜੈਨ ਸਾਹਿਬ ਥੋੜੇ ਵੋਟਾਂ ਤੇ ਰਹਿ ਗਏ ਸੀ। ਜੀ, ਤੇ ਹੁਣ ਪਹਿਲਾਂ ਜਦੋਂ ਕਿਰਨ ਖੇਰ ਜੀ ਗਏ, ਰੇਡੀਓ ਟੀਵੀ ਤੇ ਆਇਆ ਸਾਰਾ ਪ੍ਰੋਗਰਾਮ, ਪਰ ਅੱਜ ਦੀ ਡੇਟ ਦੇ ਵਿੱਚ ਉਹ ਸਾਰੇ ਲੋਕੀ, ਮੇਰੀ ਗੱਲ ਹੋਈ ਆ ਟੰਡਨ ਜੀ ਨਾਲ ਵੀ ਗੱਲ ਹੋਈ ਆ, ਜੈਨ ਸਾਹਿਬ ਨਾਲ ਵੀ ਗੱਲ, ਜ਼ੋਰ ਸ਼ੋਰ ਨਾਲ ਜੋੜ ਕੇ ਲੱਗੇ ਹੋਏ ਆ, ਔਰ ਸੀਟ ਉਹ ਚੰਡੀਗੜ੍ਹ ਵਾਲੀ ਜਿਤਾ ਕੇ ਤੋਰਨਗੇ। ਔਰ ਜਿਹੜੇ ਇਹਨਾਂ ਨੂੰ ਕਿਰਨ ਖੇਰ ਜੀ ਨੂੰ ਹੁਣ ਕੋਈ ਮਤਭੇਦ ਦਾ ਮਤਲਬ ਹੀ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂਜੀ, ਬਿਪਨ ਜੀ ਨੇ ਜਿਸ ਤਰ੍ਹਾਂ ਦੱਸਿਆ ਸੁਰਿੰਦਰਪਾਲ ਜੀ, ਕਿ ਜਿਹੜਾ ਭਾਜਪਾ ਦੇ ਵਿੱਚ ਇੱਕ ਪ੍ਰੋਪਰ ਜਿਹੜਾ ਇੱਕ ਆਰਗੇਨਾਈਜ਼ਡ ਵੇ ਹੈਗਾ ਕੈਂਡੀਡੇਟਸ ਨੂੰ ਚੂਜ਼ ਕਰਨ ਦਾ। ਕਾਂਗਰਸ ਕਿਉਂਕਿ ਕਾਫੀ ਪੁਰਾਣੀ ਪਾਰਟੀ ਹੈ ਜਿਹੜੀ, ਇਹਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਕੋਈ ਨਾ ਕੋਈ ਜਿਹੜਾ ਤਰੀਕਾ ਉਹ ਇਖਤਿਆਰ ਕੀਤਾ ਜਾਂਦਾ ਹੋਊਗਾ ਜਿਹੜੇ ਉਮੀਦਵਾਰ ਚੁਣਨ ਦੇ ਵਿੱਚ। ਪਰ ਜਿਹੜੀ
ਕਾਂਗਰਸ ਆਈ ਪਾਰਟੀ ਜਿਹੜੀ ਹੈਗੀ ਆ ਉਹਨੂੰ ਪੰਜਾਬ ਦੇ ਵਿੱਚ ਬਹੁਤ ਸਾਰੀ ਜਿਹੜੀ ਅੰਦਰੂਨੀ ਗੁੱਟਬੰਦੀ ਆ ਜਾਂ ਕਹਿ ਸਕਦੇ ਆ ਖਿੱਚੋਤਾਣ ਆਪਸੀ ਜਿਹੜੀ ਸਾਡੇ ਜਿਹੜੇ ਸਿਆਸੀ ਲੀਡਰ ਆ ਪੰਜਾਬ ਕਾਂਗਰਸ ਦੇ ਉਹਨਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਦੇਖਣ ਨੂੰ ਮਿਲੀ ਆ। ਜਿਸ ਤਰ੍ਹਾਂ ਪਿੱਛੇ ਜਿਹੜਾ ਪ੍ਰਧਾਨ ਸੀਗਾ ਕਾਂਗਰਸ ਆਈ ਦੇ ਪੰਜਾਬ ਇਕਾਈ ਦੇ ਉਹਨਾਂ ਨੂੰ ਬਾਜਵਾ ਸਾਹਿਬ ਨੂੰ ਬਣਾਉਣ ਦੇ ਨਾਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਸੀਗਾ ਉਹਨੂੰ ਕਾਫੀ ਉਹਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਰ ਸਮੇਂ ਜਿਹੜਾ ਜੇ ਬਾਜਵਾ ਸਾਹਿਬ ਕੋਈ ਬਿਆਨ ਦਿੰਦੇ ਸੀ ਤਾਂ ਕੈਪਟਨ ਨਾਲ ਦੀ ਨਾਲ ਹੀ ਕੋਈ ਕੰਟਰਾਡਿਕਟਰੀ ਜਿਹੜਾ ਬਿਆਨ ਸੀਗਾ ਉਹ ਦੇ ਦਿੰਦੇ ਸੀਗੇ। ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਮੋਰਲ ਜਿਹੜਾ ਕੌਨਫੀਡੈਂਸ ਲੈਵਲ ਹੈਗਾ ਜਿਹੜੇ ਕਾਂਗਰਸ ਆਈ ਦੇ ਵਰਕਰਸ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰਾਂ ਦੇ ਵਿੱਚੋਂ ਜਿਹੜਾ ਆਮ ਵਰਕਰ ਜੁੜਿਆ ਹੋਇਆ ਇਹਨਾਂ ਚੀਜ਼ਾਂ ਦਾ ਕੀ ਉਹਨਾਂ ਜਿਹੜੇ ਵਰਕਰਸ ਨੇ ਉਹਨਾਂ ਦੇ ਉੱਪਰ ਅਸਰ ਪਵੇਗਾ ਇਸ ਚੀਜ਼? ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕੈਂਡੀਡੇਟ ਨੂੰ ਚੁਣ ਕੇ ਅੱਗੇ ਭੇਜਣਾ ਉਹ ਬਿਲਕੁਲ ਠੀਕ ਆ। ਬੀਜੇਪੀ ਦੀ ਤਰ੍ਹਾਂ ਕਾਂਗਰਸ ਦੋਨੇ ਪੁਰਾਣੀਆਂ ਪਾਰਟੀਆਂ ਹਨ। ਪਾਰਟੀ ਨੇ ਹਮੇਸ਼ਾ ਦੇਖਣਾ ਹੁੰਦਾ ਅਮਨ ਜੀ ਵੀ ਕੌਣ ਕੈਂਡੀਡੇਟ ਸਟਰੋਂਗ ਆ, ਕਿੰਨਾ ਲੋਕਾਂ ਦੇ ਵਿੱਚ ਵਿਚਰਿਆ ਹੋਇਆ, ਐਜੂਕੇਸ਼ਨ ਲੈਵਲ ਤੇ ਲੋਕਾਂ ਦੇ ਵਿੱਚ ਉਹਦਾ ਕਿੰਨਾ ਆਧਾਰ ਹੈ। ਉਹ ਸਾਰੀਆਂ ਚੀਜ਼ਾਂ ਨੂੰ ਜਿਸ ਤਰ੍ਹਾਂ ਕਈ ਵਾਰ ਪ੍ਰੋਬਲਮ ਵੀ ਆਉਂਦੀ ਹੈਗੀ ਆ ਵੀ 4-5 ਕੈਂਡੀਡੇਟ ਹੁੰਦੇ ਆ ਜਿਹੜੇ ਕਿ ਸਾਰੇ ਡਿਜ਼ਰਵ ਕਰਦੇ ਹੁੰਦੇ ਆ, ਉਹਨਾਂ ਦੇ ਵਿੱਚੋਂ ਬੈਸਟ ਕੈਂਡੀਡੇਟ ਚੂਜ਼ ਕਰਕੇ ਅੱਗੇ ਭੇਜਣਾ ਹੁੰਦਾ। ਕਿਉਂਕਿ ਲੋਕ ਸਭਾ ਦੀਆਂ ਜਿੱਥੋਂ ਪੰਜਾਬ ਦਾ ਤਾਲੁਕਾਤ ਆ ਸਿਰਫ 13 ਸੀਟਾਂ ਹੋਣ ਕਰਕੇ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਹਮੇਸ਼ਾ ਇਹੀ ਰਿਹਾ ਵਧੀਆ ਤੇ ਸਟਰੋਂਗ ਕੈਂਡੀਡੇਟ ਜਿਹਦਾ ਆਧਾਰ ਪੰਜਾਬ ਦੇ ਨਾਲ ਜ਼ਿਆਦਾ ਹੋਵੇ, ਪੰਜਾਬ ਲਈ ਉਹਨੇ ਕੁਝ ਕੀਤਾ ਹੋਵੇ। ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਸਿਰਫ ਵਿਧਾਨ ਸਭਾ ਤੱਕ ਰਹੇ ਆ, ਚੀਫ ਮਿਨਿਸਟਰ ਰਹੇ ਪੰਜਾਬ ਦੇ। ਹੁਣ ਉਹਨਾਂ ਨੂੰ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਜੀ ਉਹਨਾਂ ਦੇ ਅਗੇਂਸਟ ਖੜਾ ਕੀਤਾ ਗਿਆ। ਇਸੇ ਤਰ੍ਹਾਂ ਹਮੇਸ਼ਾ ਸਾਡੀ ਪਾਰਟੀ ਦਾ ਮੇਨ ਇਹੀ ਫੋਕਸ ਹੁੰਦਾ। ਤੁਸੀਂ ਸਵਾਲ ਕੀਤਾ ਬਾਜਵਾ ਸਾਹਿਬ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਕੈਪਟਨ ਗਰੁੱਪ ਨੇ ਧੜੇਬੰਦੀ ਕੀਤੀ ਆ। ਦੇਖੋ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਛੋਟੀਆਂ-ਮੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ, ਪਰ ਉਸ ਤੋਂ ਬਾਅਦ ਹਾਈ ਕਮਾਂਡ ਉੱਤੇ ਬੈਠੀ ਆ ਔਰ ਕੈਪਟਨ ਸਾਹਿਬ ਪਹਿਲਾਂ ਪ੍ਰਧਾਨ ਵੀ ਰਹੇ ਆ, ਚੀਫ ਮਿਨਿਸਟਰ ਰਹੇ ਆ। ਅਗਰ ਹੁਣ ਬਾਜਵਾ ਸਾਹਿਬ ਨੂੰ ਮੌਕਾ ਦਿੱਤਾ ਗਿਆ, ਹਾਈ ਕਮਾਂਡ ਨੇ ਉਹ ਵੀ ਕਾਫੀ ਸੀਨੀਅਰ ਲੀਡਰ ਹਨ। ਬਾਜਵਾ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਹਨ। ਜਿਸ ਤਰ੍ਹਾਂ ਹੁਣ ਸਾਨੂੰ ਅਲਾਇੰਸ ਕਰਨਾ ਪਿਆ ਬਠਿੰਡੇ ਵਾਲੀ ਸੀਟ ਤੋਂ ਮਨਪ੍ਰੀਤ ਸਿੰਘ ਬਾਦਲ ਪੀਪੀ ਵੱਲੋਂ ਹੋਣਗੇ ਕਿਉਂਕਿ ਉਹ ਬਾਦਲ ਪਰਿਵਾਰ ਦੇ ਨਾਲ ਹੀ ਰਿਲੇਟਡ ਨੇ, ਬਾਦਲ ਸਾਹਿਬ ਦੇ ਭਤੀਜਾ ਨੇ। ਸਾਡੀ ਕੋਸ਼ਿਸ਼ ਇਹੀ ਆ ਕਿਉਂਕਿ ਅਸੀਂ ਇਹ ਦੇਖਣਾ ਹੈਗਾ ਬਈ ਕੌਣ ਸਾਡੇ ਕੋਲ ਸਟਰੋਂਗ ਕੈਂਡੀਡੇਟ ਸਾਨੂੰ ਮਿਲਿਆ, ਉਹ ਅਸੀਂ ਬਠਿੰਡਾ ਤੋਂ ਫਿਰ ਅਸੀਂ ਉਹਨਾਂ ਦੇ ਨਾਲ ਅਲਾਇੰਸ ਇਸ ਕਰਕੇ ਕੀਤਾ ਹੈਗਾ ਕਿਉਂਕਿ ਉਹ ਪਰਿਵਾਰਕ ਤੌਰ ਤੇ ਉਹ ਵੀ ਮਨਪ੍ਰੀਤ ਬਾਦਲ ਹੁੰਦਾ ਬਿਲਕੁਲ ਜੀ। ਔਰ ਅਸੀਂ ਅਲਾਇੰਸ ਤਾਂ ਹੁਣ ਇਹਨਾਂ ਨੇ ਵੀ ਤਾਂ ਕੀਤਾ ਹੋਇਆ। ਬੀਜੇਪੀ ਤੇ ਅਕਾਲੀ ਦਲ, ਬੀਜੇਪੀ ਲਈ ਹਰ ਵਾਰ 3 ਸੀਟਾਂ ਛੱਡੀਆਂ ਜਾਂਦੀਆਂ, ਲੋਕ ਸਭਾ ਲਈ 10 ਸੀਟਾਂ ਤੋਂ ਅਕਾਲੀ ਦਲ ਬਾਦਲ ਲੜਦਾ। ਤਾਂ ਅਲਾਇੰਸ ਹਰ ਇੱਕ ਪਾਰਟੀਆਂ 'ਚ ਹੁੰਦਾ ਹੈਗਾ ਤੇ ਸਾਡਾ ਵਿਧਾਨ ਸਭਾ ਦੇ ਵਿੱਚ ਸਰਕਾਰ ਨਾ ਆਉਣ ਕਰਕੇ ਸਾਡੀ ਪਾਰਟੀ ਦਾ ਫੈਸਲਾ ਇਹੀ ਸੀਗਾ ਵੀ ਮਨਪ੍ਰੀਤ ਸਿੰਘ ਬਾਦਲ ਅਗਰ ਆਉਣਗੇ ਤਾਂ ਜਿਹੜੀ ਪੀਪੀ ਵਾਲੀ ਵੋਟ ਆ ਉਹ ਵੀ ਸਾਨੂੰ ਮਿਲੇਗੀ, ਕਾਂਗਰਸ ਪਾਰਟੀ ਦੀ ਵੋਟ ਵੀ ਸਾਨੂੰ ਮਿਲੇਗੀ। ਪਰ ਉਹ ਜਿਹੜੀ ਪੂਰੀ ਵੋਟ ਬੈਂਕ ਆ ਪੀਪੀਪੀ ਵਾਲੀ ਉਹ ਤਬਦੀਲ ਹੋ ਜੂਗੀ ਕਾਂਗਰਸ ਦੇ ਵਿੱਚ ਕਿਉਂਕਿ ਮੈਨੂੰ ਜਿਸ ਤਰ੍ਹਾਂ ਲੱਗ ਰਿਹਾ ਜਾਂ ਜਿਹੜਾ ਲੋਕਾਂ ਤੋਂ ਜਿਹੜਾ ਵਿਊਜ਼ ਆ ਰਹੇ ਉਹ ਜਿਹੜੀ ਪੀਪੀਪੀ ਦੀ ਜਿਹੜੀ ਵੋਟ ਬੈਂਕ ਆ ਉਹ ਸਾਰੀ ਆਪ ਪਾਰਟੀ ਦੇ ਵਿੱਚ ਤਬਦੀਲ ਹੋ ਜਾਣੀ ਕਿਉਂਕਿ ਪੜ੍ਹਿਆ ਲਿਖਿਆ ਵਰਗ ਜਿਹੜਾ ਪੀਪੀਪੀ ਨਾਲ ਜ਼ਿਆਦਾ ਜੁੜਿਆ ਹੋਇਆ ਸੀ। ਜੀ ਉਹਦੇ ਵਿੱਚ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਆ ਉਹ ਤੁਹਾਨੂੰ ਵੀ ਪਤਾ ਕਿਉਂਕਿ ਜਿਹੜੀ ਸੋਚ ਆ ਪੀਪੀ ਪਾਰਟੀ ਦੀ ਤੇ ਆਮ ਆਦਮੀ ਪਾਰਟੀ ਦੀ ਸੋਚ ਕਾਫੀ ਤੱਕ ਕਲੋਜ਼ ਆ। ਉਹ ਉਹਨਾਂ ਦਾ ਜੋ ਸੋਚਣ ਦਾ ਨਜ਼ਰੀਆ ਹੈਗਾ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਜਾਂ ਹਿੰਦੁਸਤਾਨ ਨੂੰ ਬੈਟਰ ਇੱਕ ਦੇਸ਼ ਘੋਸ਼ਿਤ ਕਰਨਾ, ਉਹ ਅਸੀਂ ਵੀ ਮੰਨਦੇ ਹਾਂ। ਪਰ ਦੇਖੋ ਮਨਪ੍ਰੀਤ ਸਿੰਘ ਬਾਦਲ ਬਹੁਤ ਵਧੀਆ, ਉਹਨਾਂ ਨੇ ਕਾਫੀ ਅੱਛੀ ਪਰਸੈਂਟ ਲਈ ਸੀਗੀ, ਫਸਟ ਟਾਈਮ ਆਏ ਸੀਗੇ ਉਹ ਵੀ, ਤੇ ਉਹ ਫਾਈਨੈਂਸ ਮਿਨਿਸਟਰ ਵੀ ਰਹੇ ਆ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਵਿੱਚ। ਤੇ ਉਹ ਸਾਨੂੰ ਹੁਣ ਪੂਰੀ ਆਸ ਆ ਵੀ ਉਹ ਉੱਥੋਂ ਕਾਂਗਰਸ ਨੂੰ ਫਾਇਦਾ ਹੋਏਗਾ ਤੇ ਮਨਪ੍ਰੀਤ ਸਿੰਘ ਬਾਦਲ ਵੀ ਉਹ ਸੀਟ ਕੱਢ ਕੇ ਕਾਂਗਰਸ ਦੀ ਝੋਲੀ 'ਚ ਪਾਉਣਗੇ। ਜੀ ਬਿਆਨ ਸਿੰਘ ਜੀ, ਜਿਸ ਤਰ੍ਹਾਂ ਕਿ ਅਕਾਲੀ ਦਲ ਦੀ ਇਹ ਚੰਗੀ ਜਿਹੜੀ ਇਸ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜਿਹੜੀ ਚੰਗੀ ਚੀਜ਼ ਇਹ ਹੈ ਕਿ ਅਕਾਲੀ ਦਲ ਬਾਦਲ ਨੇ ਸਭ ਤੋਂ ਪਹਿਲਾਂ ਜਿਹੜੇ ਆਪਣੇ ਉਮੀਦਵਾਰ ਸੀਗੇ ਉਹ ਡਿਕਲੇਅਰ ਕੀਤੇ। ਪਰ ਜਿਸ ਤਰ੍ਹਾਂ ਜਿਹੜੀਆਂ ਮੇਨ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਕੇਂਦਰ ਬਿੰਦੂ ਜਿਹੜੀਆਂ ਸੀਟਾਂ ਨੇ, ਜਿਸ ਤਰ੍ਹਾਂ ਲੁਧਿਆਣਾ ਸੀਟ ਹੈ, ਨਾਲ ਆਪਣੀ ਦੂਸਰੀ ਜਲੰਧਰ ਸੀਟ ਹੈ। ਜਲੰਧਰ ਸੀਟ ਤੋਂ ਜਿਹੜੇ ਹੰਸਰਾਜ ਹੰਸ ਜੀ ਜਿਹੜੇ ਕਿ ਪਿਛਲੀ ਵਾਰ ਜਿਹੜੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੀਗੇ, ਉੱਥੋਂ ਹੁਣ ਰੀਸੈਂਟਲੀ ਜਿਹੜੇ ਸੰਸਦੀ ਸਕੱਤਰ ਹੈ ਪਵਨ ਟੀਨੂ ਜੀ, ਉਹਨਾਂ ਨੂੰ
ਹੰਸਰਾਜ ਹੰਸ ਦੀ ਟਿਕਟ ਕੱਟ ਕੇ ਜਿਹੜੀ ਪਵਨ ਟੀਨੂ ਨੂੰ ਦਿੱਤੀ ਗਈ ਔਰ ਪਿੱਛੇ ਜੇ ਨਿਊਜ਼ ਦੇ ਵਿੱਚ ਕਾਫੀ ਜਿਹੜਾ ਹੰਸਰਾਜ ਹੰਸ ਨੇ ਉਸ ਚੀਜ਼ ਦਾ ਵਿਰੋਧ ਵੀ ਜਤਾਇਆ ਸੀ ਔਰ ਕੁਛ ਹੱਦ ਤੱਕ ਆਪਾਂ ਇਹ ਵੀ ਕਹਿ ਸਕਦੇ ਵੀ ਉਹਨਾਂ ਨੇ ਧਮਕੀ ਵੀ ਦਿੱਤੀ ਸੀ ਵੀ ਮੇਰੇ ਨਾਲ ਇੱਕ ਵਰਗ ਜਿਹੜਾ ਹੈਗਾ, ਇੱਕ ਪ੍ਰੋਪਰ ਜਿਹੜਾ ਇੱਕ ਤਬਕੇ ਦਾ ਵਰਗ ਹੈਗਾ ਉਹ ਮੇਰੇ ਨਾਲ ਜੁੜਿਆ ਹੋਇਆ ਔਰ ਉਹ ਮੈਂ ਜਿੱਥੇ ਕਹਾਂਗਾ ਉੱਥੇ ਵੋਟ ਪਵੇਗੀ। ਔਰ ਇਸੇ ਤਰ੍ਹਾਂ ਲੁਧਿਆਣੇ ਤੋਂ ਜਿਹੜੇ ਦੋ ਬੈਂਸ ਬ੍ਰਦਰਸ ਜਿਹੜੇ ਕਿ ਬੜੇ ਚਰਚਾ ਦੇ ਵਿੱਚ ਰਹੇ ਆ ਪਿਛਲੇ 5-7 ਸਾਲ ਤੋਂ, ਕਾਫੀ ਗੱਲਾਂ ਕਰਕੇ ਉਹਨਾਂ ਦਾ ਨਿਊਜ਼ ਦੇ ਵਿੱਚ ਹਰ ਰੋਜ਼ ਉਹਨਾਂ ਦੀ ਚਰਚਾ ਜਿਹੜੀ ਉਹ ਛਿੜਦੀ ਰਹੀ। ਬਾਅਦ ਦੇ ਵਿੱਚ MLA ਵੀ ਚੁਣੇ ਗਏ, ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਅਕਾਲੀ ਦਲ ਬਾਦਲ ਨਾਲ ਸਮਝੌਤਾ ਕਰਕੇ ਇੱਕ ਉਹ ਅਕਾਲੀ ਦਲ ਦਾ ਉਹਨਾਂ ਨੇ ਸਮਰਥਨ ਵੀ ਕੀਤਾ। ਉਹਨਾਂ ਨੇ ਵੀ ਜਿਹੜੇ ਲੁਧਿਆਣਾ ਜਿਹੜੀ ਪ੍ਰਮੁੱਖ ਸੀਟ ਆ, ਕਿਉਂਕਿ ਸਨਅਤੀ ਸ਼ਹਿਰ ਹੋਣ ਦੇ ਕਰਕੇ ਪੂਰਾ ਲੋਕਾਂ ਦਾ ਜਿਹੜਾ ਧਿਆਨ ਉੱਥੇ ਅਟਰੈਕਟਿਵ ਹੈ, ਉਸ ਸੀਟ ਤੋਂ ਔਰ ਜਲੰਧਰ ਸੀਟ ਤੋਂ ਅਕਾਲੀ ਦਲ ਬਾਦਲ ਨੂੰ ਆਪਣੇ ਹੀ ਜਿਹੜੇ ਬੰਦੇ ਆ ਉਹਨਾਂ ਦੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਇਹਦੇ ਬਾਰੇ ਕਿਸ ਤਰ੍ਹਾਂ ਅਕਾਲੀ ਦਲ ਇਹਨੂੰ ਬੈਲੈਂਸ ਕਿਸ ਤਰ੍ਹਾਂ ਕਰੇਗਾ? ਅਮਨ ਜੀ ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਹੀ ਸੋਚ ਸਮਝ ਕੇ ਜਿੰਨੀਆਂ 10 ਦੀਆਂ 10 ਸੀਟਾਂ ਦੀ ਵੰਡ ਕੀਤੀ ਆ ਔਰ ਪਾਰਟੀ ਨੇ ਪਹਿਲਾ ਮੁੱਖ ਰੱਖਿਆ ਕਿ ਜਿਹੜੇ ਉਮੀਦਵਾਰ ਨੇ ਉਹ ਬਣਾਏ ਆ ਜਿਹੜੇ ਲੋਕਾਂ 'ਚ ਵਿਚਰਦੇ ਨੇ, ਲੋਕਾਂ ਦੇ ਕੰਮ ਕਰਾਉਂਦੇ ਨੇ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦੇ ਆ, ਉਹੀ ਕੈਂਡੀਡੇਟ ਖੜੇ ਕੀਤੇ ਆ। ਜਿੱਥੋਂ ਗੱਲ ਤੁਸੀਂ ਕੀਤੀ ਆ ਜਲੰਧਰ ਦੀ, ਪਵਨ ਕੁਮਾਰ ਟੀਨੂ ਇਜ਼ ਵੈਰੀ ਸਟਰੋਂਗ ਕੈਂਡੀਡੇਟ ਨੇ ਔਰ ਉੱਥੇ ਦੇ ਲੋਕਾਂ ਦੇ ਵਿੱਚ ਬੜੇ ਹਰਮਨ ਪਿਆਰੇ ਨੇ, ਲੋਕਾਂ 'ਚ ਵਿਚਰਦੇ ਨੇ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਆਉਂਦੇ ਨੇ। ਉਹ ਉੱਥੋਂ ਪਾਰਟੀ ਨੇ ਬਹੁਤ ਚੰਗਾ ਫੈਸਲਾ ਕੀਤਾ ਉਹਨਾਂ ਨੂੰ ਟਿਕਟ ਦੇ ਕੇ। ਜਿੱਥੋਂ ਗੱਲ ਰਹੀ ਆਪਣੇ ਦੂਜੇ ਦੀ ਜਿਹੜੇ ਵਿਰੋਧ ਕਰਦੇ ਨੇ ਹੰਸਰਾਜ ਹੰਸ, ਉਹ ਹੰਸਰਾਜ ਹੰਸ ਨੂੰ ਤਾਂ ਪਿਛਲੀ ਵਾਰੀ ਕਿਉਂਕਿ ਰਿਜ਼ਰਵ ਸੀਟ ਸੀਗੀ ਤੇ ਪਾਰਟੀ ਨੇ ਕਿਹਾ ਵੀ ਚਲੋ ਇਹਨੂੰ ਟਿਕਟ ਦੇ ਕੇ ਦੇਖ ਲਓ, ਤੇ ਉਹਦਾ ਕੋਈ ਮੇਰੇ ਹਿਸਾਬ ਦੇ ਨਾਲ ਜਿਹੜੇ ਕਲਾਕਾਰ ਨੇ ਉਹਨਾਂ ਦੇ ਖਾੜੇ ਤਾਂ ਜ਼ਰੂਰ ਭਰ ਜਾਂਦੇ ਆ ਪਰ ਲੋਕਾਂ 'ਚ ਆਧਾਰ ਨਹੀਂ ਹੁੰਦਾ। ਲੋਕ ਸਿਆਸੀ ਤੌਰ ਤੇ ਉਹ ਕਾਮਯਾਬ ਨਹੀਂ ਹੁੰਦੇ ਕਿਉਂਕਿ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਉਹ ਨਹੀਂ ਜਾਂਦੇ। ਲੋਕ ਵੋਟਰ ਉਹ ਨਾਲ ਤੁਰਦਾ ਜਿਹਦੇ ਤੁਸੀਂ ਦੁੱਖ ਸੁੱਖ ਦੇ ਵਿੱਚ ਜਾਓਗੇ, ਲੋਕਾਂ ਦੇ ਨਾਲ ਤੁਹਾਡਾ ਜਿਹੜਾ ਰਾਬਤਾ। ਹਾਂਜੀ, ਜੇ ਅਸੀਂ ਕਿਸੇ ਦੇ ਦੁੱਖ ਸੁੱਖ 'ਚ ਜਾਵਾਂਗੇ ਤਾਂ ਹੀ ਸਾਨੂੰ ਵੋਟ ਪਾਉਣਗੇ ਕਿਉਂਕਿ ਪਵਨ ਕੁਮਾਰ ਟੀਨੂ ਆ ਹੀ ਵੈਰੀ ਸਟਰੋਂਗ ਕੈਂਡੀਡੇਟ ਆ ਉੱਥੋਂ ਦਾ ਤੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਆਉਂਦਾ ਔਰ ਆਲਰੇਡੀ ਉੱਥੋਂ MLA ਵੀ ਹੈਗਾ ਵਾ ਤੇ ਇਸ ਕਰਕੇ ਪਾਰਟੀ ਨੂੰ ਕੋਈ ਕਿਸੇ ਤੋਂ ਡਰ ਨਹੀਂ। ਬਾਕੀ ਜਿੱਥੇ ਗੱਲ ਲੁਧਿਆਣੇ ਦੀ ਆ ਗਈ ਆ, ਲੁਧਿਆਣੇ ਦੇ ਵਿੱਚ ਜਿਹੜੇ ਤੁਸੀਂ ਬੈਂਸ ਭਰਾਵਾਂ ਦੀ ਗੱਲ ਕੀਤੀ ਆ, ਸਾਡਾ ਕੈਂਡੀਡੇਟ ਉੱਥੋਂ ਮਨਪ੍ਰੀਤ ਆਲੀ ਆ, ਉਸ ਨੂੰ ਦੇਖੋ ਹਿੰਦੁਸਤਾਨ ਦੀ ਗਵਰਨਮੈਂਟ ਨੇ ਰਾਸ਼ਟਰਪਤੀ ਨੇ ਅਵਾਰਡ ਦਿੱਤੇ ਆ ਡਿਵੈਲਪਮੈਂਟ ਲਈ। ਜਦੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਿਹਾ ਲੁਧਿਆਣੇ, ਉਹਨਾਂ ਨੇ ਇਹੋ ਜਿਹੇ ਕੰਮ ਕਰਕੇ ਦਿਖਾਇਆ ਪਿੰਡਾਂ ਦੇ ਵਿੱਚ ਜਿਹੜੇ ਗਵਰਨਮੈਂਟਾਂ ਵੱਡੀਆਂ ਸੈਂਟਰ ਗਵਰਨਮੈਂਟ ਵੀ ਨਹੀਂ ਸੋਚ ਸਕਦੀ ਸੀ। ਸੁਰਿੰਦਰਪਾਲ ਜੀ ਔਰ ਬਿਆਨ ਸਿੰਘ ਜੀ, ਮੈਨੂੰ ਤੁਹਾਨੂੰ ਇੱਕ ਜੁਆਇੰਟ ਕੁਐਸਚਨ ਹੋਵੇਗਾ। ਕੈਂਸਰ ਇੱਕ ਬਹੁਤ ਵੱਡੀ ਨਾਮੁਰਾਦ ਬਿਮਾਰੀ ਹੈ ਔਰ ਪੰਜਾਬ ਦੇ ਵਿੱਚ ਜਿਹੜਾ ਖਾਸ ਕਰਕੇ ਸਰਹੱਦੀ ਜਿਹੜਾ ਮਾਲਵਾ ਖੇਤਰ ਆ ਜਾਂ ਸਰਹੱਦੀ ਬੈਲਟ ਹੈ ਫਿਰੋਜ਼ਪੁਰ ਫਾਜ਼ਿਲਕਾ ਦੀ, ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੇ ਜਿਹੜੇ ਪੇਂਡੂ ਤਬਕਾ ਜਿਹੜਾ ਜਾਂ ਪਿੰਡਾਂ ਦੇ ਜਿਹੜੇ ਰਹਿਣ ਵਾਲੇ ਲੋਕ ਆ ਉਹ ਬਹੁਤ ਸਾਰੇ ਕਿਉਂਕਿ ਦੂਸ਼ਿਤ ਪਾਣੀ ਪੀਣ ਦੇ ਨਾਲ ਕੈਂਸਰ ਦੀ ਲਪੇਟ ਦੇ ਵਿੱਚ ਉਹ ਆ ਚੁੱਕਿਆ ਔਰ ਇੱਕ ਟ੍ਰੇਨ ਜਿਹੜੀ ਆ ਉੱਥੋਂ ਬੀਕਾਨੇਰ ਨੂੰ ਜਿਹੜੀ ਚੱਲਦੀ ਉਹਦਾ ਨਾਮ ਹੀ ਕੈਂਸਰ ਦੇ ਉੱਪਰ ਰੱਖਿਆ ਗਿਆ ਸੀ ਲੋਕਾਂ ਦੇ ਵੱਲੋਂ। ਪੰਜਾਬ ਦੇ ਵਿੱਚ ਕੈਂਸਰ ਦੇ ਉੱਪਰ ਵੀ ਪਿੱਛੇ ਜੇ ਕਾਫੀ ਜਿਹੜੀ ਲੰਮੀ ਚੌੜੀ ਸਿਆਸਤ ਜਿਹੜੀ ਆ ਉਹ ਦੋਨਾਂ ਪਾਰਟੀਆਂ ਵੱਲੋਂ ਦੇਖਣ ਨੂੰ ਮਿਲੀ ਕਿਉਂਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਿੱਛੇ ਜੇ ਆ ਕੇ ਜਿਹੜੀ ਅਨਾਉਂਸਮੈਂਟ ਕੀਤੀ ਸੀ 2 ਕਿ 3 ਹਸਪਤਾਲ ਜਿਹੜੇ, ਔਰ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਵੀ ਹਰ ਇੱਕ ਜਗ੍ਹਾ ਇਹ ਪ੍ਰਚਾਰ ਕਰਦਾ ਰਿਹਾ ਮਾਲਵੇ ਦੇ ਵਿੱਚ ਵੀ ਅਸੀਂ ਕੈਂਸਰ ਦੇ ਲਈ ਬਹੁਤ ਕੁਝ ਕੀਤਾ। ਕਾਂਗਰਸ ਨੇ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਸੀ ਉਹਨੇ ਕੈਂਸਰ ਦੀ ਰੋਕਥਾਮ ਲਈ ਪੰਜਾਬ ਦੇ ਵਿੱਚ ਹਾਲੇ ਤੱਕ ਕੀ ਕਦਮ ਪੱਟੇ ਨੇ, ਉਹ ਤੁਸੀਂ ਉਹਨਾਂ ਬਾਰੇ ਦੱਸਣਾ ਚਾਹੋਗੇ? ਦੇਖੋ, ਜਿਹੜੀ ਫੰਡਿੰਗ ਪੰਜਾਬ ਗਵਰਨਮੈਂਟ ਨੂੰ ਹਮੇਸ਼ਾ ਹੀ ਸੈਂਟਰ ਦੀਆਂ ਜੋ ਸਕੀਮਾਂ ਹੁੰਦੀਆਂ ਨੇ ਉਹ ਹਮੇਸ਼ਾ ਪੰਜਾਬ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਦਿੰਦੀ ਆ। ਉਹ ਪੰਜਾਬ ਗਵਰਨਮੈਂਟ ਨੇ ਹੀ ਉਸ ਜਿਹੜੇ ਫੰਡਿੰਗ ਹੁੰਦੀ ਆ ਉਹਨੂੰ ਕਲੇਮ ਕਰਨਾ ਹੁੰਦਾ। ਹੁਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਹੈ, ਸੈਂਟਰ ਵਿੱਚ ਕਾਂਗਰਸ ਦੀ ਸਾਡੀ ਸਰਕਾਰ ਆ ਔਰ ਸਮੇਂ ਦੇ ਨਾਲ ਜੋ ਫੰਡਿੰਗ ਦੂਸਰੇ ਸੂਬਿਆਂ ਨੂੰ ਦਿੱਤੀ ਜਾਂਦੀ ਆ, ਉਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਦੋ ਟਰਮ ਦੇ ਵਿੱਚ ਉਹ ਵੱਖੋ ਵੱਖਰੇ ਟਾਈਮ ਤੇ ਸਾਰੀ ਫੰਡਿੰਗ ਪੰਜਾਬ ਗਵਰਨਮੈਂਟ ਨੂੰ ਉਪਲਬਧ ਹੋਈ ਆ। ਔਰ ਜਿੱਥੇ ਤੱਕ ਤੁਸੀਂ ਕੈਂਸਰ ਦੀ ਗੱਲ ਕੀਤੀ ਹੈ, ਸੰਗਰੂਰ ਆਪਣੇ ਡਾਕਟਰ ਮਨਮੋਹਨ ਸਿੰਘ ਆਪ ਆਏ ਸਨ। ਉਸ ਤੋਂ ਪਹਿਲਾਂ ਪਿਛਲੇ ਸਾਲ ਰਾਹੁਲ ਗਾਂਧੀ ਜੀ ਆਏ, ਉਹਨਾਂ ਨੇ ਵਿਜੇ ਇੰਦਰ ਸਿੰਗਲਾ ਜੀ ਉਹਨਾਂ ਦੇ ਇਲਾਕੇ ਦੇ ਵਿੱਚ ਸਾਰੀ ਡਿਵੈਲਪਮੈਂਟ ਕੀਤੀ, ਕੈਂਸਰ ਬਾਰੇ ਹਸਪਤਾਲ ਬਣਾਇਆ ਹੈ। ਅਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਰਵਨੀਤ ਸਿੰਘ ਬਿੱਟੂ ਹੁਣੀ ਉੱਥੋਂ ਸਿਟਿੰਗ ਮੈਂਬਰ ਪਾਰਲੀਮੈਂਟ ਹਨ, ਉੱਥੋਂ ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਟ੍ਰੇਨ ਚਲਾਈ ਆ
ਔਰ ਕੈਂਸਰ ਹਸਪੀਟਲ ਦਾ ਵੀ ਉੱਥੇ ਉਦਘਾਟਨ ਹੋਇਆ ਜੀ। ਬਿਲਕੁਲ। ਸੋ ਬਾਕੀ ਪੰਜਾਬ ਸਰਕਾਰ ਨੂੰ ਜੋ ਡਿਵੈਲਪਮੈਂਟ ਲਈ ਸਾਰਾ ਜੋ ਫੰਡਿੰਗ ਦੂਸਰੇ ਸੂਬਿਆਂ ਨੂੰ ਦਿੱਤੀ ਜਾਂਦੀ ਆ, ਉਸੇ ਤਰ੍ਹਾਂ ਹਮੇਸ਼ਾ। ਪਰ ਇਹ ਕਿਤੇ ਨਾ ਕਿਤੇ ਪੱਖਪਾਤ ਨਹੀਂ ਹੋਇਆ ਕਿ ਬਠਿੰਡਾ ਬੈਲਟ ਸੀਗੀ ਉਹ ਜ਼ਿਆਦਾ ਕੈਂਸਰ ਦੀ ਨਾਮਰਾਦ ਬਿਮਾਰੀ ਦੀ ਜਕੜ ਦੇ ਵਿੱਚ ਬਠਿੰਡਾ ਔਰ ਸੰਗਰੂਰ ਜ਼ਿਆਦਾ ਸੀ, ਜਿਹੜਾ ਕੈਂਸਰ ਹਸਪਤਾਲ ਮੁੱਲਾਂਪੁਰ ਉਸਾਰਿਆ ਗਿਆ ਉਹਦੀ ਜ਼ਿਆਦਾ ਲੋੜ ਮੇਰੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਬਠਿੰਡੇ ਜ਼ਿਲ੍ਹੇ ਨੂੰ ਜ਼ਿਆਦਾ ਸੀਗੀ। ਜੀ ਬਿਲਕੁਲ, ਮੈਂ ਸਹਿਮਤ ਹਾਂ ਤੁਹਾਡੇ ਨਾਲ। ਉਹਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਪੰਜਾਬ ਸਰਕਾਰ ਸੈਂਟਰ ਗੌਰਮੈਂਟ ਨੂੰ ਇਸ ਵਿਸ਼ੇ ਦੇ ਉੱਤੇ ਕੁਐਸਚਨ ਕਰੇਗੀ, ਇਹਨਾਂ ਨੇ ਅਪਲਾਈ ਕਰਨਾ ਹੁੰਦਾ ਜੋ ਫੰਡਿੰਗ ਲੈਣੀ ਹੁੰਦੀ ਆ, ਇਹ ਸਾਰਾ ਪੰਜਾਬ ਸਰਕਾਰ ਦਾ ਕੰਮ ਆ। ਲੇਕਿਨ ਜੋ ਸੈਂਟਰ ਗੌਰਮੈਂਟ ਦੀ ਫੰਡਿੰਗ ਆ ਉਹ ਸੈਂਟਰ ਨੇ ਕਰਨੀ ਹੁੰਦੀ ਆ, ਲੇਕਿਨ ਉਹਦੇ ਲਈ ਅਪਲਾਈ ਕਰਨਾ ਪਏਗਾ ਪੰਜਾਬ ਸਰਕਾਰ ਨੂੰ। ਇਹ ਬਹੁਤ ਸ਼ਲਾਘਾਯੋਗ ਕਦਮ ਹੈ ਇਹ ਜਿਹੜਾ ਕੈਂਸਰ ਹਸਪਤਾਲ ਦੇ ਉਸਾਰਨ ਸੰਬੰਧੀ ਜਿਹੜੀ ਤੁਸੀਂ ਗੱਲ ਦੱਸੀ ਹੈ। ਬਿਆਨ ਸਿੰਘ ਜੀ ਧਾਲੀਵਾਲ, ਤੁਸੀਂ ਇਹਦੇ ਬਾਰੇ ਕੀ ਐਡ ਕਰਨਾ ਚਾਹੁੰਦੇ ਹੋ? ਪੰਜਾਬ ਦੇ ਵਿੱਚ ਕੀ ਜਿਹੜੀ ਇਹ ਤੇ ਕੁਝ ਹੋ ਗਏ ਜਿਹੜੇ ਫੰਡਸ ਜਿਹੜੇ ਕੇਂਦਰ ਤੋਂ ਆਏ ਸੀਗੇ, ਪੰਜਾਬ ਸਰਕਾਰ ਨੇ ਕੈਂਸਰ ਦੀ ਰੋਕਥਾਮ ਲਈ ਕੀ ਕੁਝ ਕੀਤਾ? ਦੇਖੋ ਜੀ, ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਮਾਲਵਾ ਜਿਹੜੀ ਬੈਲਟ ਆ ਉਹ ਕੈਂਸਰ ਦੀ ਬਹੁਤ ਜ਼ਿਆਦਾ ਕੈਂਸਰ ਆ ਉੱਥੇ, ਕਿਉਂਕਿ ਉਹ ਬੈਲਟ ਦਾ ਸਾਰਾ ਜਿਹੜਾ ਪੀਣ ਵਾਲਾ ਪਾਣੀ ਆ ਬਹੁਤ ਖਰਾਬ ਹੋ ਚੁੱਕਿਆ। ਕਿਉਂਕਿ 65 ਸਾਲ ਹੋ ਗਿਆ ਸਾਡੇ ਹਿੰਦੁਸਤਾਨ ਨੂੰ ਆਜ਼ਾਦ ਹੋਏ ਨੂੰ, 55 ਸਾਲ ਉੱਥੇ ਕਾਂਗਰਸ ਨੇ ਰਾਜ ਕੀਤਾ। ਕਾਂਗਰਸ ਨੇ ਉੱਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ। ਪਿਛਲੇ 10 ਸਾਲਾਂ ਤੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਪਿੰਡਾਂ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਲਾਈਆਂ, ਪਾਣੀ ਨੂੰ ਸਾਫ਼ ਕੀਤਾ ਜੀ, ਫਿਲਟਰ ਲਾਏ, ਔਰ ਲੋਕਾਂ ਨੂੰ ਸਿਰਫ 2 ਰੁਪਏ ਦੇ ਵਿੱਚ 20 ਲੀਟਰ ਦੀ ਪੀਣ ਵਾਲਾ ਪਾਣੀ ਸਾਫ਼ ਮਿਲਦਾ। ਤੇ ਨਾਲ ਜਿਵੇਂ ਚੱਠਾ ਸਾਹਿਬ ਨੇ ਗੱਲ ਕੀਤੀ ਆ ਵੀ ਸੈਂਟਰ ਗੌਰਮੈਂਟ ਜਿਹੜੀ ਫੰਡਿੰਗ ਕਰਦੀ ਆ, ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ, ਅਸੀਂ ਟੈਕਸ ਦਿੰਦੇ ਆ, ਪੰਜਾਬ ਦੇ ਲੋਕ ਟੈਕਸ ਦਿੰਦੇ ਆ, ਟੈਕਸ ਦੇ ਕੇ ਸੈਂਟਰ ਗੌਰਮੈਂਟ ਸਾਰਾ ਜਿਹੜਾ ਟੈਕਸ ਆ ਕਲੈਕਟ ਕਰਦੀ ਹੈ, ਰੈਵਨਿਊ ਇਕੱਠਾ ਕਰਦੀ ਹੈ, ਉਹਦੇ ਵਿੱਚੋਂ ਪਰਸੈਂਟੇਜ ਹੀ ਸਾਨੂੰ ਵਾਪਸ ਦਿੱਤੀ ਜਾਂਦੀ ਹੈ। ਉਹ ਕੈਨੇਡਾ ਵਿੱਚ ਵੀ ਜਿਹੜੀਆਂ ਪ੍ਰੋਵਿੰਸ਼ਲ ਨੇ ਸੈਂਟਰ ਗੌਰਮੈਂਟ ਉਹਨਾਂ ਨੂੰ ਫੰਡਿੰਗ ਕਰਦੀ ਆ। ਇਹ ਕੋਈ ਸਾਡੇ ਦੇ ਉੱਤੇ ਕੋਈ ਇਹ ਨਹੀਂ ਸਾਨ ਨਹੀਂ ਕਰਦੀ ਕੇਂਦਰ ਗੌਰਮੈਂਟ, ਸਾਨੂੰ ਸਾਡਾ ਬਣਦਾ ਵੀ ਨਹੀਂ ਪੂਰਾ ਦੇ ਰਹੀ। ਸਾਡੇ ਨਾਲ ਸਾਡੀ ਇੰਡਸਟਰੀ ਆ, ਬਾਕੀ ਨਾਲ ਸਾਡੇ ਸੂਬੇ ਨੇ, ਹਿਮਾਚਲ ਆ, ਹਰਿਆਣਾ ਵਾ, ਉੱਥੇ ਬਹੁਤ ਸਬਸਿਡੀਆਂ ਦਿੱਤੀਆਂ ਗਈਆਂ ਸੈਂਟਰ ਗੌਰਮੈਂਟ ਵੱਲੋਂ, ਔਰ ਹਿੰਦੁਸਤਾਨ ਜਿਹੜਾ ਬਾਰਡਰ ਸਟੇਟ ਆ ਉਹਨੂੰ ਕੋਈ ਸਬਸਿਡੀ ਵੀ ਨਹੀਂ ਦਿੱਤੀ ਗਈ। ਔਰ ਦੇਖੋ ਪੰਜਾਬ ਦੀ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੈਂਸਰ ਲਈ, ਔਰ ਸਰਦਾਰ ਕੁਲਵੰਤ ਸਿੰਘ ਤੁਹਾਨੂੰ ਪਤਾ ਨਾ ਇੰਗਲੈਂਡ ਦੇ ਉੱਤੋਂ ਉਹ ਸਾਰੇ ਪਿੰਡਾਂ ਵਿੱਚ ਕੈਂਪ ਲਾਉਂਦੇ ਆ, ਔਰ ਗੌਰਮੈਂਟ ਪੰਜਾਬ ਗੌਰਮੈਂਟ ਉਹਦੀ ਪੂਰੀ ਮਦਦ ਕਰ ਰਹੀ ਆ। ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ, ਮੈਂ ਪਿਛਲੀ ਵਾਰੀ ਜਦੋਂ ਇਲੈਕਸ਼ਨ ਸੀ ਮੋਗੇ, ਮੈਨੂੰ ਮਿਲਣ ਦਾ ਮੌਕਾ ਮਿਲਿਆ ਕੁਲਵੰਤ ਸਿੰਘ ਨੂੰ, ਅਸੀਂ ਉੱਥੇ ਬੈਠੇ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਬੈਠੇ, ਔਰ ਬਾਦਲ ਸਾਹਿਬ ਨੇ ਕਿਹਾ ਵੀ ਜਿਹੜੇ ਪਿੰਡ ਦੇ ਵਿੱਚ ਤੁਹਾਨੂੰ ਇੱਕ ਵੀ ਕੈਂਡੀਡੇਟ ਜਾਂ ਨਿਕਲਦਾ ਕੈਂਸਰ ਵਾਲਾ, ਉਹਨੂੰ ਸਰਕਾਰ ਵੱਲੋਂ ਦਵਾਈ ਦੇ ਰੂਪ ਦੇ ਵਿੱਚ 1 ਲੱਖ ਰੁਪਈਆ ਉਸੇ ਟਾਈਮ ਹੀ ਦਿੱਤਾ ਜਾਊਗਾ। ਔਰ ਨਾਲ ਹੀ ਸ਼੍ਰੋਮਣੀ ਕਮੇਟੀ ਨੇ 20,000 ਰੁਪਈਆ ਹਰੇਕ ਜਿਹੜਾ ਵੀ ਕੈਂਸਰ ਦਾ ਮਰੀਜ਼ ਹੋਊਗਾ ਉਹਨੂੰ 20,000 ਰੁਪਈਆ ਦਵਾਈ ਦੇ ਰੂਪ ਵਿੱਚ, ਜਿੰਨਾ ਪੰਜਾਬ ਸਰਕਾਰ ਕਰ ਸਕਦੀ ਆ। ਔਰ ਵੱਧ ਤੋਂ ਵੱਧ ਬਾਦਲ ਸਾਹਿਬ ਸੋਚਦੇ ਆ, ਕਰ ਵੀ ਰਹੇ ਆ, ਬਠਿੰਡੇ ਦੇ ਵਿੱਚ ਜੇ ਹਸਪੀਟਲ ਬਣੇ ਕੈਂਸਰ ਦੀ ਬਿਮਾਰੀ ਲਈ ਤਾਂ ਉਹ ਬਣਾ ਵੀ ਰਹੇ ਆ, ਬਹੁਤ ਮਿਹਨਤ ਕਰ ਰਹੇ ਆ। ਪਰ ਇਹ ਨਹੀਂ ਵੀ ਜਿਵੇਂ ਚੱਠਾ ਸਾਹਿਬ ਨੇ ਦੱਸਿਆ ਕਿ ਸੈਂਟਰ ਗੌਰਮੈਂਟ ਫੰਡਿੰਗ ਦਿੰਦੀ ਆ, ਸਾਡੀ ਫੰਡਿੰਗ ਆਉਂਦੀ ਆ। ਜੀ ਧਾਲੀਵਾਲ ਸਾਹਿਬ, ਇੱਕ ਪਾਸੇ ਤੁਸੀਂ ਇਹ ਦੋਸ਼ ਲਾ ਰਹੇ ਹੋ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਸਾਨੂੰ ਪੰਜਾਬ ਨੂੰ ਜਿਹੜਾ ਬਣਦਾ ਹੱਕ ਜਿਹੜਾ ਪੰਜਾਬ ਸਰਕਾਰ ਨੂੰ ਨਹੀਂ ਦੇ ਰਹੀ। ਇੱਕ ਪਾਸੇ ਕਾਂਗਰਸ ਵੱਲੋਂ ਵੀ ਜਿਹੜੇ ਕਾਂਗਰਸ ਦੇ ਵਿਧਾਨ ਸਭਾ, ਜਿਸ ਤਰ੍ਹਾਂ ਮੁਕਤਸਰ ਹਲਕੇ ਤੋਂ ਇੱਕ MLA ਸੀਗਾ, ਉਹਦਾ ਪਿੱਛੇ ਬਿਆਨ ਸੀਗਾ ਕਿ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਪੰਜਾਬ ਸਰਕਾਰ ਨੂੰ, ਜਿਸ ਤਰ੍ਹਾਂ ਕਿ ਐਂਬੂਲੈਂਸ ਦਾ ਜਿਹੜਾ ਸੀਗਾ ਉਹ ਕੇਂਦਰ ਸਰਕਾਰ ਦੀ ਸਕੀਮ ਸੀਗੀ, ਪਰ ਉਹਦੇ ਉੱਪਰ ਜਿਹੜੀਆਂ ਬਾਦਲ ਸਾਹਿਬ ਦੀਆਂ ਮੁੱਖ ਮੰਤਰੀ ਪੰਜਾਬ ਦੀਆਂ ਫੋਟੋਆਂ ਲਗਾ ਕੇ ਉਹਦਾ ਜਿਹੜਾ ਕ੍ਰੈਡਿਟ ਜਿਹੜਾ ਸੀਗਾ ਉਹ ਅਕਾਲੀ ਦਲ ਬਾਦਲ ਨੇ ਲੈਣ ਦੀ ਕੋਸ਼ਿਸ਼ ਕੀਤੀ। ਕਿ ਇਹਨਾਂ ਚੀਜ਼ਾਂ ਇਹਦੇ ਬਾਰੇ ਤੁਸੀਂ ਕੀ? ਨਹੀਂ ਦੇਖੋ, ਗੱਲ ਤਾਂ ਉਹੀ ਆ ਗਈ ਨਾ, ਪੈਸਾ ਜਿਹੜਾ ਦਿੰਦੀ ਆ ਸੈਂਟਰ, ਉਹ ਸਾਡਾ ਆਪਦਾ ਹੀ ਪੈਸਾ ਦਿੰਦੀ ਹੈ ਨਾ, ਪੰਜਾਬ ਦਾ ਪੈਸਾ ਹੀ ਆ। ਜੇ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਚਲਾ ਰਿਹਾ, ਉਹ ਸਿਸਟਮ ਨੂੰ ਚਲਾ ਰਿਹਾ, ਉਹਦੇ ਉੱਤੇ CM ਦੀ ਫੋਟੋ ਲਾਤੀ, ਕਿਹੜੀ ਵੱਡੀ ਮਾੜੀ ਗੱਲ ਹੋ ਗਈ? ਕਿਉਂਕਿ ਸਿਸਟਮ ਤਾਂ ਚਲਾ ਤਾਂ ਪੰਜਾਬ ਸਰਕਾਰ ਹੀ ਰਹੀ ਹੈ। ਹਾਂਜੀ, ਪਰ ਉਹਦੇ ਵਿੱਚ ਕੁਛ ਹੱਦ ਤੱਕ ਕ੍ਰੈਡਿਟ ਉਹਨਾਂ ਨੂੰ ਵੀ ਦੇਣਾ ਬਣਦਾ ਸੀਗਾ ਕਾਂਗਰਸ ਨੂੰ। ਨਹੀਂ ਦੇਖੋ, ਜੇ ਹੁਣ ਪੰਜਾਬ ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆ, ਚੀਫ ਮਿਨਿਸਟਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਆ, ਉੱਥੇ ਕੈਪਟਨ ਦੀ ਫੋਟੋ ਤਾਂ ਲੱਗਣੀ ਰਹੀ, ਉੱਥੇ ਤਾਂ CM ਦੀ ਲੱਗਣੀ ਆ ਨਾ। ਸੋ ਆਪਾਂ ਚੱਲਦੇ ਹਾਂ ਜੀ ਆਪ ਪਾਰਟੀ ਦੇ ਸੱਤਿਆ ਅਗਰਵਾਲ ਜੀ ਕੋਲ। ਸੱਤਿਆ ਜੀ, ਦਿੱਲੀ ਦੇ ਵਿੱਚ ਜਿਸ ਤਰ੍ਹਾਂ ਪਿੱਛੇ ਜਿਹੜਾ ਵਿਧਾਨ ਸਭਾ ਦੇ ਵਿੱਚ ਬਹੁਤ ਲੋਕਾਂ ਨੇ ਐਕਸਪੈਕਟ ਨਹੀਂ ਸੀ ਕੀਤਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇੰਨੇ ਵੱਡੇ ਲੈਵਲ ਤੇ ਇੱਕ ਸਿਆਸੀ ਸਮੀਕਰਨ ਬਦਲੇਗੀ ਔਰ ਇੱਕ ਨੈਸ਼ਨਲ ਲੈਵਲ ਤੇ ਉੱਭਰ ਕੇ ਸਾਹਮਣੇ ਆਵੇਗੀ। ਬਹੁਤ ਸਾਰੇ ਜਿਹੜੇ ਤੁਹਾਡੇ ਸੀਨੀਅਰ ਪਾਰਟੀ ਲੀਡਰਸ ਨੇ ਉਹ ਦਿੱਲੀ ਬੇਸਡ ਨੇ।
ਔਰ ਜਿਹੜੀਆਂ ਟਿਕਟਾਂ ਜਿਹੜੀ ਜਿੰਨੀਆਂ ਵੀ ਟਿਕਟਾਂ ਦੀ ਅਨਾਉਂਸਮੈਂਟ ਹੁੰਦੀ ਆ ਉਹ ਦਿੱਲੀ ਦੇ ਵਿੱਚ ਹੀ ਤੁਹਾਡਾ ਹੈੱਡ ਆਫਿਸ ਆ, ਉੱਥੋਂ ਹੀ ਅਨਾਉਂਸਮੈਂਟਸ ਹੁੰਦੀਆਂ। ਬਹੁਤ ਸਾਰੇ ਉਮੀਦਵਾਰਾਂ ਦੇ ਉੱਪਰ ਇਹ ਵੀ ਦੋਸ਼ ਲੱਗੇ ਕਿ ਉਹਨਾਂ ਜਿਹੜੀਆਂ ਟਿਕਟਾਂ ਜਿਹੜੇ ਬਹੁਤ ਸਾਰੇ ਤੁਹਾਡੇ ਉੱਥੇ ਸੀਨੀਅਰ ਪਾਰਟੀ ਲੀਡਰਸ ਆ ਉਹਨਾਂ ਦੇ ਉੱਪਰ ਇਹ ਦੋਸ਼ ਲੱਗੇ ਕਿ ਟਿਕਟਾਂ ਜਿਹੜੀਆਂ ਉਹ ਵੇਚੀਆਂ ਗਈਆਂ ਨੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਾਇਜ਼ ਹੈ ਇਹ ਦੋਸ਼ ਜਿਹੜੇ ਸਾਬਤ होए? मैं अमन जी 1 मिनट थोड़ा पीछे जाना चाहूँगा। अभी आपने बहुत इंपॉर्टेंट डिस्कशन चल रहा है जिसमें आपने पंजाब में कैंसर को लेकर के जो और सेंटर वर्सेस स्टेट फंडिंग की जो बात चल रही थी, ये काफ़ी इंपॉर्टेंट मुद्दा है। मैं इसमें 1 मिनट लेना चाहूँगा। देखिए, हिंदुस्तान में ये एक बहुत बड़ी ट्रेजेडी है कि 1984 में राजीव गांधी ने एज ए प्राइम मिनिस्टर ये कहा था कि हमारे सिर्फ 15 पैसे जनता तक पहुंचते हैं, जो केंद्र की स्कीम है उनका नहीं जी। 1 रुपया यदि खर्च 1 रुपया यदि टैक्स कलेक्शन हुआ है जी तो वो पूरा का पूरा 1 रुपया जनता के ऊपर खर्च होना चाहिए जी। राजीव गांधी ने एज ए प्राइम मिनिस्टर ये कहा था कि उस 1 रुपये में से सिर्फ 15 पैसे जनता तक पहुंचते हैं, 85 पैसे सारे के सारे करप्शन में और जेबा में चले जाते हैं। जो वो सिस्टम है जो वो उसकी भेंट चढ़ जाता है, वो सिस्टम की भेंट चढ़ जाता है, करप्शन में चला जाता है। वो पैसा कहाँ कहाँ बढ़ता है उसका कोई हिसाब नहीं है जी। आज पंजाब के अंदर जो कैंसर की इतनी बड़ी समस्या है, जो पानी को लेकर है, जो पानी जो एक नेचुरल रिसोर्स है जी। जो कि आज कांग्रेस नहीं कर पाई या अकाली नहीं कर पाई या जो दूसरी पार्टियां नहीं कर पाई जी। ये ऐसा क्यों हो रहा है? तो आज ये बहुत बड़ा मैसेज है कि ऐसा क्यों हो रहा है और ये कब तक चलता रहेगा? ये तब तक चलता रहेगा जब तक ये प्रेजेंट सिस्टम में कुछ बदलाव नहीं आएगा जी। आज यदि आपके पास 100 रुपए हैं तो उसमें से यदि 85 रुपए जेब में डल गए पहले ही, तो पूरे हिंदुस्तान की जो बाकी जनता है उसके लिए सिर्फ 15 पैसे बचते हैं। उस 15 पैसे में नंगा क्या नहाएगा, क्या निचोड़ेगा? सही बात। तो इसलिए मेरी आप सबसे गुजारिश है कि इस इलेक्शन में आप इस मुद्दे को हल्का ना लें। पार्टीबाजी अपनी जगह है, ये आपके अपने बच्चों का भविष्य है जी। अब आपका प्रश्न है कि दिल्ली में आम आदमी पार्टी की कोई पैसे का लेन देन हुआ है टिकट डिस्ट्रीब्यूशन में। कल ही प्रेस कॉन्फ्रेंस में केजरीवाल साहब ने बहुत क्लियर कर दिया है कि 2 बंदे फड़े गए सीगे जिन्होंने ये पैसा लेकर टिकट देने की कोशिश की। टिकट डिस्ट्रीब्यूट नहीं हुई थी, सिर्फ ये उन्होंने जो सिलेक्शन कमेटी जो लोकल जिन्होंने कैंडिडेट रिकमेंड किए थे उन्होंने उनको आश्वासन दिया कि हम आप इतना पैसा दीजिए और आपको टिकट मिल जाएगी। जैसे ही ये शिकायत आई है उसके ऊपर इन्वेस्टिगेशन हुआ है और आम आदमी पार्टी हाई कमांड ने, जो कि बेसिक जो सेंट्रल कमेटी है, उन्होंने उन दोनों ही जो मेन एक जगह ट्रेजरर हैं, एक जो दूसरे मेन थे, उन दोनों की पार्टी से निष्कासित कर दिया। बहुत अच्छा। पार्टी में कहीं पर भी किसी भी जगह कोई पैसे की वजह से टिकट नहीं हो रही है। प्लस ये डिक्लेयर किया गया है प्रेस कॉन्फ्रेंस के अंदर कि यदि कोई कैंडिडेट पैसे की वजह से टिकट हासिल करने में कामयाब हो जाता है और पार्टी की नॉलेज में यदि बात आती है तो एक दिन पहले भी वो पार्टी उस कैंडिडेट का सिलेक्शन कैंसिल कर दिया जाएगा। इसलिए जो भी कैंडिडेट इस कोशिश में हैं उनको ये मालूम होना चाहिए कि दे विल नॉट बी अलाउड टू फाइट ऑन आम आदमी पार्टी टिकट। जी ਧੰਨਵਾਦ ਤੁਹਾਡਾ। ਪਾਰਟੀ ਦੇ ਭਾਈ ਸਾਹਿਬ ਭਾਜਪਾ ਤੋਂ ਵਿਪਨ ਜੀ, ਪਾਰਟੀ ਦੇ ਬਹੁਤ ਸਾਰੇ ਸੀਨੀਅਰ ਲੀਡਰ ਜਿਹੜੇ ਨੇ, ਜਿਸ ਤਰ੍ਹਾਂ ਜਸਵੰਤ ਸਿੰਘ ਜੀ ਜਿਹੜੇ ਕਿ ਰਾਜਸਥਾਨ ਨੂੰ ਰਿਪਰੈਜ਼ੈਂਟ ਕਰਦੇ ਨੇ, ਜਾਂ ਹੋਰ ਜਿਹੜੇ ਬਹੁਤ ਸਾਰੇ ਮੌਜੂਦਾ ਜਿਹੜੇ ਲੋਕ ਸਭਾ ਮੈਂਬਰ ਨੇ, ਉਹਨਾਂ ਨੂੰ ਟਿਕਟਾਂ ਨਾ ਮਿਲਣ ਕਰਕੇ ਪਾਰਟੀ ਨਾਲੋਂ ਨਾਰਾਜ਼ ਚੱਲ ਰਹੇ ਆ। ਤੇ ਉਹਨਾਂ ਨੇ ਇੱਕ ਪਿੱਛੇ ਜਿਹੜਾ ਉਹਨਾਂ ਦਾ ਜਸਵੰਤ ਸਿੰਘ ਦਾ ਇੱਕ ਬਿਆਨ ਆਇਆ ਸੀ ਕਿ ਜਿਹੜੀ ਨਵੀਂ ਅਤੇ ਪੁਰਾਣੀ ਭਾਜਪਾ ਦੀ ਕੋਈ ਉਹ ਗੱਲ ਜਿਹੜੀ ਹੈ ਉਹ ਉਸ ਬਿਆਨ ਦੇ ਵਿੱਚ ਉਹਨਾਂ ਨੇ ਦੱਸੀ ਸੀ। ਇਹ ਮਾਜਰਾ ਕੀ ਹੈ ਨਵੀਂ ਤੇ ਪੁਰਾਣੀ ਭਾਜਪਾ ਦਾ ਜੀ? ਪਹਿਲਾਂ ਤਾਂ ਮੈਂ ਅਗਰਵਾਲ ਸਾਹਿਬ ਨੇ ਹੁਣ ਥੋੜੀ ਜੀ ਗੱਲ ਕਲੀਅਰ ਕੀਤੀ ਹੈ ਜੀ। ਤੁਸੀਂ ਸਵਾਲ ਪੁੱਛਿਆ ਪੈਸੇ ਲੈ ਕੇ ਟਿਕਟਾਂ ਵੰਡਣ ਨਾਲ। ਜੀ। ਦਿੱਲੀ ਤੋਂ ਉਮੀਦਵਾਰ ਨੇ ਆਪ ਪਾਰਟੀ ਤੋਂ ਜੀ। ਮਹਿੰਦਰ ਸਿੰਘ, ਉਹਨਾਂ ਨੇ ਆਪ ਕੈਂਡੀਡੇਟ ਹੁੰਦੇ ਹੋਏ ਇਲਜ਼ਾਮ ਲਾਇਆ ਵੀ 7 ਲੱਖ ਰੁਪਈਆ ਮੇਰੇ ਤੋਂ ਰਾਖੀ ਬਿਰਲਾ ਮੰਗਦੀ ਸੀ, ਮੈਂ ਪਾਰਟੀ ਦੀ ਟਿਕਟ ਕੁਇਟ ਕਰ ਰਿਹਾ, ਛੱਡ ਰਿਹਾ। ਜੀ। ਸੋ
ਜੋ ਇਹ ਜੀਆਂ ਗੱਲਾਂ ਜਿਹੜੀਆਂ ਨੇ ਜੀ ਜਦੋਂ ਆਉਂਦੀਆਂ ਤਾਂ ਫਿਰ ਪਾਰਟੀ ਦੀ ਜਦੋਂ ਕੈਂਡੀਡੇਟ ਹੀ ਕਹਿੰਦਾ ਵੀ ਮੇਰੇ ਤੋਂ 7 ਲੱਖ ਮੰਗਿਆ ਗਿਆ ਜੀ ਤਾਂ ਇਨਕੁਆਇਰੀ ਹੋ ਕੇ ਕੋਈ ਉਹਦਾ ਜਵਾਬ ਆਉਣਾ ਚਾਹੀਦਾ ਵਾ। ਲੋਕੀ ਆਸ ਰੱਖਦੇ ਆ ਵੀ ਇਹਨਾਂ ਗੱਲਾਂ ਦਾ ਜਵਾਬ ਆ। ਦੂਸਰਾ ਤੁਸੀਂ ਬੀਜੇਪੀ ਬਾਰੇ ਪੁੱਛਿਆ। ਜੀ ਪਿੱਛੇ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਜੀ 4 ਸਟੇਟਾਂ ਦੇ। ਦਿੱਲੀ ਦੇ ਵਿੱਚ ਬੀਜੇਪੀ ਨੂੰ 32, ਆਪ ਪਾਰਟੀ ਨੂੰ 28, ਜੀ ਕਾਂਗਰਸ ਨੂੰ ਸ਼ਾਇਦ 8 ਜਾਂ ਅੱਠ ਸੀਟਾਂ ਮਿਲੀਆਂ। ਜੀ ਬਾਕੀ 3 ਸਟੇਟਾਂ ਦੇ ਵਿੱਚ ਬੀਜੇਪੀ 2/3 ਮੈਜੋਰਟੀ ਨਾਲ ਜਿੱਤੀ। ਅਮਨ ਜੀ ਮੈਂ ਗੱਲ ਕਰ ਰਿਹਾ ਸੀ ਰਾਜਸਥਾਨ ਦੀ। ਜੀ ਰਾਜਸਥਾਨ ਦੇ ਵਿੱਚ ਜਿਹੜਾ ਜਸਵੰਤ ਸਿੰਘ ਜੀ ਦੀ ਟਿਕਟ ਦੀ ਗੱਲ ਆ, ਪਾਰਟੀ ਨੇ ਜੀ 5-6 ਵਾਰ ਜਿਹੜਾ ਉਹਨਾਂ ਨੂੰ ਲਿਆਂਦਾ, ਮੈਂਬਰ ਪਾਰਲੀਮੈਂਟ ਬਣਾਇਆ, ਚਾਹੇ ਰਾਜ ਸਭਾ ਤੋਂ ਚਾਹੇ ਲੋਕ ਸਭਾ ਤੋਂ। ਜੀ ਹੁਣ ਐਡੀ ਵੱਡੀ ਜਿੱਤ ਪਿੱਛੇ ਵਿਧਾਨ ਸਭਾ ਦੇ ਵਿੱਚ ਹੋਈ ਹੈ। ਜੀ ਪਾਰਟੀ ਦੀਆਂ ਕਈ ਮਜਬੂਰੀਆਂ ਹੁੰਦੀਆਂ, ਪਰ ਇਹਨੂੰ ਆਪਾਂ ਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਵੀ ਕੋਈ ਸਤਿਕਾਰ ਦੇ ਵਿੱਚ ਕਮੀ ਹੈ। ਸੀਟ ਦਾ ਕੋਈ ਸਤਿਕਾਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਜੀ ਜੈ ਪ੍ਰਕਾਸ਼ ਨਾਰਾਇਣ ਜੀ ਨੇ ਕਦੇ ਸੀਟ ਲੜੀ ਨਹੀਂ, ਉਹਨਾਂ ਦਾ ਕੋਈ ਪਾਰਟੀ 'ਚ ਸਤਿਕਾਰ ਥੋੜੀ ਘਟ ਗਿਆ ਸੀ। ਇਹਨਾਂ ਬਾਅਦ ਹੁਣ ਵੀ ਮੇਰਾ ਤਾਂ ਹਲੇ ਵੀ ਮੰਨਣਾ ਕਿ ਇਹ ਜਿਹੜਾ ਮਸਲਾ ਸ਼ਾਇਦ ਇਹ ਹਲੇ ਵੀ ਹੱਲ ਕਰ ਲਿੱਤਾ ਜਾਊਗਾ। ਕੋਈ ਬਾਕੀ ਸਾਰੀ ਜਗ੍ਹਾ ਸਾਰੀਆਂ ਜਿਹੜੀਆਂ ਸੀਟਾਂ ਨੇ ਉਹ ਠੀਕ ਤਰ੍ਹਾਂ ਜਿਹੜੀ ਐਡਜਸਟਮੈਂਟ ਹੋ ਜੂਗੀ। ਜੀ ਚੱਠਾ ਸਾਹਿਬ, ਪੀਪੀਪੀ ਨਾਲ ਜਿਹੜਾ ਸਮਝੌਤਾ ਜਿਹੜਾ ਹੋਇਆ, ਚੋਣ ਸਮਝੌਤਾ ਜਿਹੜਾ ਕਿਉਂਕਿ ਉਹਨਾਂ ਨੇ ਆਪਣੀ ਇਕਾਈ ਭੰਗ ਨਹੀਂ ਕੀਤੀ, ਉਹਨਾਂ ਨੇ ਕਿਹਾ ਕਿ ਅਸੀਂ ਸਾਡਾ ਇੱਕ ਸਮਝੌਤਾ ਹੈਗਾ ਕਾਂਗਰਸ ਦੇ ਨਾਲ ਇਲੈਕਸ਼ਨ ਦੇ ਵਿੱਚ, ਇਹ ਮੌਕੇ ਦੀ ਮਜਬੂਰੀ ਸੀ ਜਾਂ ਕੋਈ ਲੰਬੀ ਸਿਆਸੀ ਜਿਹੜਾ ਫਾਇਦਾ ਲੈਣ ਲਈ ਜਿਹੜਾ ਇਹ ਸਮਝੌਤਾ ਕੀਤਾ ਗਿਆ ਪੀਪੀਪੀ ਨਾਲ? ਜੀ ਬਿਲਕੁਲ। ਇਸ ਤੋਂ ਪਹਿਲਾਂ ਮੈਂ ਤੁਹਾਡਾ ਇਸ ਸਵਾਲ ਦਾ ਜਵਾਬ ਦੇਵਾਂ, ਪਹਿਲਾਂ ਧਾਲੀਵਾਲ ਸਾਹਿਬ ਨੇ ਐਂਬੂਲੈਂਸ ਦੀ ਗੱਲ ਹੋਈ ਸੀਗੀ ਜੀ ਵੀ ਉਹ ਸੈਂਟਰ ਦੀ ਫੰਡਿੰਗ ਸੀਗੀ, ਉਹਦੇ ਵਿੱਚ ਜਿਹੜੇ ਸਾਡੇ ਸਤਿਕਾਰਯੋਗ ਚੀਫ ਮਿਨਿਸਟਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਉਹਨਾਂ ਦੀ ਫੋਟੋ ਲੱਗੀ। ਤੁਸੀਂ ਮੈਨੂੰ ਦੱਸੋ, ਅਸੀਂ ਵੀ ਇੱਧਰ ਨਾਰਥ ਅਮਰੀਕਾ 'ਚ ਰਹਿੰਦੇ ਹਾਂ, ਜੀ ਇੱਥੇ ਐਂਬੂਲੈਂਸ ਸਰਵਿਸਿਜ਼ ਵੀ ਆ, ਇੱਥੇ ਸਭ ਕੁਝ ਆ, ਪ੍ਰਾਈਵੇਟ ਵੀ ਇੱਥੇ ਅਦਾਰੇ ਹੈਗੇ ਆ, ਜੀ ਕਿਸੇ ਦੀ ਵੀ ਫੋਟੋ ਲੱਗਣ ਦਾ ਕੋਈ ਤਾਲੁਕਾਤ ਹੀ ਨਹੀਂ ਬਣਦਾ। ਜੀ ਫਸਟ ਆਫ ਆਲ ਤਾਂ ਉਹ ਜਿਹੜੀ ਫੰਡਿੰਗ ਹੀ ਸੈਂਟਰ ਗਵਰਨਮੈਂਟ ਦੀ ਆ, ਜੀ ਉੱਥੇ ਬਾਦਲ ਸਾਹਿਬ ਦੀ ਫੋਟੋ ਬਿਲਕੁਲ ਨਹੀਂ ਲੱਗਣੀ ਚਾਹੀਦੀ, ਸਿਆਸੀ ਲਾਹਾ ਲੈਣ ਲਈ। ਬਿਲਕੁਲ, ਕਿਉਂਕਿ ਉਹ ਮੈਂ ਮੰਨਦਾ ਹਾਂ ਚੀਫ ਮਿਨਿਸਟਰ ਨੇ ਬਹੁਤ ਅੱਛਾ ਕੰਮ ਕਰ ਰਹੇ ਆ, ਜੀ ਨੋ ਡਾਊਟ, ਪਰ ਇੱਕ ਪੋਲੀਟੀਸ਼ੀਅਨ ਦੀ ਫੋਟੋ ਲੋਕਾਂ ਦੀ ਸੇਵਾ ਲਈ ਜਿਹੜੀ ਚੀਜ਼ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਭੇਜੀ ਆ ਪੰਜਾਬ ਲਈ, ਉੱਥੇ ਕਿਸੇ ਪੋਲੀਟੀਸ਼ੀਅਨ ਦੀ ਫੋਟੋ ਦਾ ਕੋਈ ਮਤਲਬ ਨਹੀਂ ਬਣਦਾ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਆ ਵੀ ਲੜਕੀਆਂ ਨੂੰ, ਸਕੂਲ ਦੇ ਲੜਕੀਆਂ ਨੂੰ ਜੋ ਸਾਈਕਲ ਵੰਡੇ ਜਾ ਰਹੇ ਆ, ਉਹਨਾਂ ਤੇ ਵੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਫੋਟੋ ਲੱਗਦੀ ਆ। ਅਗਰ ਸਾਈਕਲ ਵੰਡੇ ਜਾ ਰਹੇ ਆ, ਬਹੁਤ ਅੱਛੀ ਗੱਲ ਆ, ਜੋ ਸਾਡੀਆਂ ਪੰਜਾਬ ਦੀਆਂ ਲੜਕੀਆਂ ਨੇ ਸਕੂਲ ਜਾਣ ਲਈ ਉਹਨਾਂ ਨੂੰ ਬੜੀ ਸਹਾਇਤਾ ਹੁੰਦੀ ਆ, ਔਰ ਉਹ ਸਿਰਫ ਉਹ ਇੱਕ ਸਿਆਸੀ ਲਾਹਾ ਹੀ ਆ। ਔਰ ਗੱਲ ਚੱਲੀ ਸੀਗੀ ਕੈਂਸਰ ਬੈਲਟ ਦੀ। ਕੈਂਸਰ ਬੈਲਟ ਦੇ ਵਿੱਚ ਆਪਣੇ ਕੋਲੇ ਜ਼ਿਆਦਾ ਸਮਾਂ ਨਾ ਹੋਣ ਕਰਕੇ ਜੀ ਬਿਲਕੁਲ ਮੈਂ ਵਾਈਂਡ ਅਪ ਕਰ ਦਿੰਦਾ। ਕੈਂਸਰ ਬੈਲਟ ਪਿਛਲੇ 7 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆ। ਅਗਰ ਇਹ ਉੱਥੇ ਲਿਆਉਣਾ ਚਾਹੁੰਦੇ ਸੀ ਕਿ ਇਹ ਡਿਵੈਲਪਮੈਂਟ ਕਰਨਾ ਚਾਹੁੰਦੇ ਸੀ ਕੈਂਸਰ ਹਸਪੀਟਲ ਦੀ, ਬਠਿੰਡੇ ਏਰੀਆ ਦੇ ਵਿੱਚੋਂ 7 ਸਾਲ ਦੇ ਵਿੱਚ ਲਿਆਂਦਾ ਜਾ ਸਕਦਾ ਸੀਗਾ। ਫੰਡਿੰਗ ਜਿਹੜੀ ਧਾਲੀਵਾਲ ਸਾਹਿਬ ਕਹਿੰਦੇ ਆ ਵੀ ਉਹ ਅਸੀਂ ਉਹ ਪੰਜਾਬ ਗਵਰਨਮੈਂਟ ਤੋਂ ਪੈਸਾ ਵਾਪਸ ਭੇਜਦੇ ਹਾਂ, ਲੇਕਿਨ ਸੈਂਟਰ ਗਵਰਨਮੈਂਟ ਦਾ ਇੱਕ ਪਾਲਿਸੀ ਆ, ਕੱਲ ਨੂੰ ਅਗਰ ਕਿਸੇ ਹੋਰ ਦੀ ਵੀ ਸਰਕਾਰ ਆਉਂਦੀ ਆ, ਪਾਲਿਸੀ 'ਚ ਤਾਂ ਉਹੀ ਰਹਿਣੀ ਆ ਨਾ। ਉਹਨਾਂ ਨੇ ਸਾਰੀਆਂ ਸਟੇਟ ਦੀਆਂ ਪਾਰਟੀਆਂ ਨੂੰ ਫੰਡਿੰਗ ਕਰਨੀ ਹੁੰਦੀ ਆ, ਔਰ ਜੋ ਕਲੇਮ ਕਰਨਾ ਹੁੰਦਾ ਉਹ ਸਟੇਟ ਗਵਰਨਮੈਂਟ ਨੇ ਆਪ ਕਲੇਮ ਕਰਨਾ ਹੁੰਦਾ। ਸੈਂਟਰ ਗਵਰਨਮੈਂਟ ਉਸ ਪੈਸੇ ਨੂੰ ਰੋਕ ਨਹੀਂ ਸਕਦੀ, ਡਜ਼ਨਟ ਮੈਟਰ ਅਕਾਲੀ ਦਲ ਦੀ ਹੋਵੇ। ਆਖਰੀ ਸਵਾਲ ਸੀ ਤੁਹਾਡਾ ਪੀਪੀ ਪਾਰਟੀ ਬਾਰੇ, ਉਹਦੇ ਬਾਰੇ ਦੇਖੋ ਸਾਰੀਆਂ ਪਾਰਟੀਆਂ ਹੀ ਅਲਾਈਅੰਸ ਕਰਦੀਆਂ ਨੇ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਖੁਦ ਪੰਜਾਬ ਦੇ ਵਿੱਚ ਬੀਜੇਪੀ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਉਹਨਾਂ ਦਾ ਅਲਾਈਅੰਸ ਚੱਲਦਾ, ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ 3 ਸੀਟਾਂ ਉਹ ਹਰ ਵਾਰ ਛੱਡਦੇ ਆ। ਸਾਡੀ ਪਾਰਟੀ ਦਾ ਵੀ ਸੀਗਾ, ਅਸੀਂ ਦੇਖਣਾ ਸੀਗਾ ਵੀ ਜੋ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਨੇ, ਉਹਨਾਂ ਨੂੰ ਕੌਣ ਹਰਾ ਸਕਦਾ। ਸਾਨੂੰ ਇਹਦੇ ਵਿੱਚ ਫਾਇਦਾ ਇਹੀ ਹੋਣਾ ਹੈਗਾ ਕਿ ਜੋ ਪੀਪੀ ਪਾਰਟੀ ਦੀ ਵੋਟ ਆ ਉਹ ਵੀ ਪਏਗੀ ਉੱਥੇ, ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਦੀ ਪਾਰਟੀ ਦੀ ਵੋਟ ਪਏਗੀ, ਉਹ ਸੀਟ ਅਸੀਂ ਅਵੱਸ਼ ਜਿੱਤਾਂਗੇ। ਕੈਪਟਨ ਸਾਹਿਬ ਵਾਲੀ ਸੀਟ ਵੀ ਆਲਮੋਸਟ ਕਲੀਅਰ ਹੋ ਗਈ ਹੈ, ਅੰਮ੍ਰਿਤਸਰ ਤੋਂ ਉਹ ਵੀ ਸੀਟ, ਔਰ ਪੰਜਾਬ ਦੇ ਵਿੱਚ ਜੋ ਮੈਂ ਕਹੂੰਗਾ ਤਾਂ ਬਹੁਤ ਅੱਛੀ ਸਾਡੀ ਪੋਜੀਸ਼ਨ ਰਹੇਗੀ ਇਸ ਵਾਰ। ਧੰਨਵਾਦ ਧਾਲੀਵਾਲ ਸਾਹਿਬ। ਬਠਿੰਡਾ, ਅੰਮ੍ਰਿਤਸਰ ਤੇ ਲੁਧਿਆਣਾ ਜਿਹੜੀਆਂ ਤਿੰਨੋਂ ਜਿਹੜੀਆਂ ਬਹੁਤ ਮਹੱਤਵਪੂਰਨ ਸੀਟਾਂ, ਬਠਿੰਡਾ 1 ਨੰਬਰ ਤੇ ਆਉਂਦੀ ਆ ਔਰ ਅੰਮ੍ਰਿਤਸਰ ਹੁਣ 2 ਨੰਬਰ ਤੇ ਹੋ ਗਈ, ਪਹਿਲਾਂ ਲੁਧਿਆਣਾ 2 ਨੰਬਰ ਤੇ ਸੀ। ਇਹਨਾਂ ਤੋਂ ਅਕਾਲੀ ਦਲ ਦਾ ਕੀ ਹੈਗਾ? ਬਹੁਤ ਟਫ ਫਾਈਟ ਹੈ। ਦੇਖੋ ਜੀ, ਜਦੋਂ ਬਠਿੰਡੇ ਦੀ ਗੱਲ ਕਰਦੇ ਹੋ, ਦੂਸਰੇ ਪਾਸੇ ਮਨਪ੍ਰੀਤ ਕਾਂਗਰਸ ਦੀ ਮਦਦ ਦੇ ਨਾਲ ਖੜਾ,
ਕਾਂਗਰਸ ਦੇ ਤਾਂ ਐਮਐਲਏ ਛੱਡ ਕੇ ਅਕਾਲੀ ਦਲ ਚ ਆਈ ਜਾਂਦੇ ਆ ਜੀ, ਜਿੱਤਣਾ ਉਹਨੇ ਸਵਾਲ ਜੀ ਉੱਥੋਂ ਜੀ ਜਿੰਨੇ ਐਮਐਲਏ ਆ ਜੀ ਉਹ ਹਰਮਹਿੰਦਰਜੀਤ ਸਿੰਘ ਸਿੱਧੂ ਉਹ ਛੱਡ ਕੇ ਆ ਰਿਹਾ, ਦੂਜੇ ਤਿਆਰ ਬੈਠੇ ਆ ਜੀ ਤੇ ਉਹ ਸ਼ਾਇਦ 1-2 ਦਿਨਾਂ ਦੇ ਵਿੱਚ ਉਹ ਵੀ ਅਕਾਲੀ ਦਲ 'ਚ ਸ਼ਾਮਲ ਹੋ ਜਾਣਗੇ। ਪਰ ਉਹਦੇ ਨਾਲ ਪਾਰਟੀ ਦੀ ਵੋਟ ਨੂੰ ਦੇਖੋ ਜੀ ਜਦੋਂ ਐਮਐਲਏ ਆਉਂਦੇ ਆ ਪਾਰਟੀ ਦੀ ਵੋਟ ਵੀ ਨਾਲ ਆਉਂਦੀ ਆ, ਜੀ ਇਹ ਨਹੀਂ ਗੱਲ ਹੈਗੀ ਵੀ ਵੋਟ ਨਹੀਂ ਆਉਂਦੀ, ਕਿਉਂਕਿ ਕਾਂਗਰਸ ਕੋਲੇ ਬਠਿੰਡੇ ਦੇ ਵਿੱਚ ਕੋਈ ਕੈਂਡੀਡੇਟ ਹੀ ਨਹੀਂ ਸੀ। ਜੀ ਇਹਨਾਂ ਨੇ ਕਹਿੰਦੇ ਆ ਵੀ ਮਨਪ੍ਰੀਤ ਬਾਦਲ ਨੂੰ ਬਲੀ ਦਾ ਵੱਖਰਾ ਬਣਾਓ, ਉੱਥੇ ਬਲੀ ਦਾ ਵੱਖਰਾ ਬਣਾਇਆ ਇਹਨਾਂ ਨੇ ਮਨਪ੍ਰੀਤ ਨੂੰ, ਕਿਉਂਕਿ ਕਾਂਗਰਸ ਕੋਲੇ ਆਪਾਂ ਦੇਖ ਹੀ ਰਹੇ ਆ, ਮੇਰੇ ਕੋਲ ਲਿਖੇ ਆ ਕੈਂਡੀਡੇਟਾਂ ਦੇ ਨਾਂ, ਕਾਂਗਰਸ ਦੀ ਤਾਂ ਲਿਸਟ ਹੀ ਖਾਲੀ ਪਈ ਹੈ, ਨੇ ਤਾਂ ਕੈਂਡੀਡੇਟ ਹੀ ਨਹੀਂ ਨਾਂ ਸੁਣਦੇ ਜੀ ਤੇ ਜਿਹੜੇ ਐਮਐਲਏ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਈ ਜਾਂਦੇ ਆ। ਜੇ ਇਹਨਾਂ ਨੂੰ ਟਿਕਟ ਵੀ ਦਿੰਦੇ ਆ ਉਹ ਛੱਡ ਕੇ ਨਹੀਂ, ਹੱਥ ਬੰਨ੍ਹ ਕੇ ਕਹਿੰਦਾ ਨਹੀਂ ਮੈਂ ਭਾਜਪਾ ਦੀ ਲੈ ਲੂੰ, ਕਾਂਗਰਸ ਦੀ ਨਹੀਂ ਲੈਣੀ ਹੈਗੀ ਟਿਕਟ, ਛੱਡ ਕੇ ਭਾਜਪਾ 'ਚ ਜਾਈ ਜਾਂਦੇ ਆ। ਤੇ ਇਹੀ ਦੋਸ਼ ਭਾਜਪਾ ਤੇ ਵੀ ਲੱਗ ਰਹੇ ਆ। ਨਹੀਂ ਭਾਜਪਾ ਵਾਲੇ ਨਹੀਂ ਕੋਈ ਭੱਜੇ ਕਿਤੇ ਵੀ, ਜੀ ਦੱਸੋ ਕਿਹੜਾ ਕੋਈ ਭਾਜਪਾ ਦੀ ਛੱਡ ਕੇ ਕਾਂਗਰਸ ਦੀ ਟਿਕਟ ਲਈ ਆ? ਜੀ ਕੋਈ ਵੀ ਡੁੱਬਦੀ ਵੇੜੀ 'ਚ ਨਹੀਂ ਬਹਿੰਦਾ। ਅੰਮ੍ਰਿਤਸਰ ਤੇ ਲੁਧਿਆਣਾ ਅੰਮ੍ਰਿਤਸਰ ਦੇ ਵਿੱਚ ਦੇਖੋ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪ੍ਰੈਸ਼ਰ ਪਾ ਕੇ ਔਰ ਬਾਜਵਾ ਸਾਹਿਬ ਉਹਨਾਂ ਦੀ ਧੜੇਬੰਦੀ ਆ, ਉਹ ਸੈਂਟਰ ਦੇ ਜਾ ਕੇ ਰੌਲਾ ਪਾ ਕੇ ਵੀ ਜੇ ਉੱਥੇ ਕੋਈ ਫਾਈਟ ਦੇ ਸਕਦਾ ਤਾਂ ਜੇਤਲੀ ਸਾਹਿਬ ਨੂੰ ਤਾਂ ਕੈਪਟਨ ਦੇ ਸਕਦਾ, ਉਹ ਵੀ ਬਾਜਵਾ ਸਾਹਿਬ ਨੇ ਆਪਦੀ ਸਿਆਸਤੀ ਭੋਗਣ ਲਈ ਉਹਨੂੰ ਤੁਹਾਡੇ ਬਲੀ ਦਾ ਵੱਖਰਾ ਉਮੀਦਵਾਰਾਂ ਦੀ ਬਣਾਇਆ। ਉੱਥੋਂ ਕੀ ਪੋਜੀਸ਼ਨ? ਦੇਖੋ ਜੀ ਜੇਤਲੀ ਸਾਹਿਬ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਜੇਤਲੀ ਸਾਹਿਬ ਦੇ ਨਾਲ ਆ, ਭਾਜਪਾ ਸਾਹਿਬ ਜਿਹੜੇ ਕਿ ਦੇਖੋ ਸਿੱਧੂ ਸਾਹਿਬ ਤਾਂ ਦੇਖੋ ਸਾਡੇ ਰਿਸਪੈਕਟਿਵ ਨੇ ਨੇ, ਉਸ ਦਿਨ ਦੇ ਨਹੀਂ ਦੇਖੋ ਚੁੱਪ ਬੈਠੇ ਆ ਤੇ ਚੁੱਪ ਦਾ ਸਾਨੂੰ ਫਾਇਦਾ ਹੀ ਹੋਣਾ, ਨੁਕਸਾਨ ਨਹੀਂ ਹੋਣਾ। ਤੇ ਉਹ ਸਾਡੇ ਉਹਨਾਂ ਨੂੰ ਸਟਾਰ ਇੱਕ ਸਪੀਕਰ ਬਣਾ ਰਹੀ ਆ ਭਾਜਪਾ, ਉਹ ਤਾਂ ਜਿਆਦਾ ਵਿਪਨ ਸਾਹਿਬ ਜਾਣਦੇ ਆ, ਪ੍ਰਚਾਰਕ ਵਜੋਂ ਉਹ ਹਿੰਦੁਸਤਾਨ ਦੇ ਹੋਰ ਵਿੱਚ ਜਗ੍ਹਾ ਤੋਂ ਉਹਨਾਂ ਦਾ ਕੰਮ ਲਿੱਤਾ ਜਾਊਗਾ, ਹਾਂਜੀ। ਇੱਥੇ ਵੀ ਕਰਨਗੇ। ਤੇ ਬਾਕੀ ਸਾਡੇ ਸਾਰੇ ਐਮਐਲਏ ਸ਼੍ਰੋਮਣੀ ਅਕਾਲੀ ਦਲ ਦੇ ਔਰ ਭਾਰਤੀ ਜਨਤਾ ਪਾਰਟੀ ਦੇ ਜੇਤੀ ਸਾਹਿਬ ਦੇ ਨਾਲ ਨੇ। ਬਾਕੀ ਜਿੱਥੇ ਤੁਸੀਂ ਗੱਲ ਲੁਧਿਆਣੇ ਦੀ ਕੀਤੀ ਆ, ਲੁਧਿਆਣੇ ਮੈਂ ਅੱਜ ਤੁਹਾਡੇ ਸਿੱਖ ਚੈਨਲ ਤੇ ਬੈਠ ਕੇ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੀ ਉੱਥੇ ਵੀ ਜਿੱਤ ਹੋਊਗੀ, ਬਠਿੰਡੇ ਵਿੱਚ ਵੀ, ਔਰ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਅੰਮ੍ਰਿਤਸਰ ਤੋਂ ਵੀ ਜਿੱਤੂਗਾ। ਅੱਛਾ ਕਿਤੇ ਇਹ ਤਾਂ ਨਹੀਂਗਾ ਕਿਤੇ ਵੀ ਅੰਮ੍ਰਿਤਸਰ ਤੋਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਸੀਟ ਦੇਣੀ ਔਰ ਜਿਹੜੀ ਬਠਿੰਡੇ ਤੋਂ ਮਨਪ੍ਰੀਤ ਬਾਦਲ ਨੂੰ ਇੱਕ ਸਿਆਸੀ ਸ਼ਰੀਕ ਵਜੋਂ ਉਭਾਰ ਕੇ ਪੇਸ਼ ਕਰਨਾ, ਕਿਤੇ ਬਾਦਲ ਫੈਮਿਲੀ ਨੂੰ, ਕਿਉਂਕਿ ਮਜੀਠੀਆ ਵੀ ਇੱਕ ਵੱਡਾ ਜਰਨੈਲ ਵਜੋਂ ਜਾਣਿਆ ਜਾਂਦਾ ਅਕਾਲੀ ਦਲ ਬਾਦਲ ਦਾ, ਔਰ ਸੁਖਬੀਰ ਸਿੰਘ ਬਾਦਲ, ਇਹਨਾਂ ਦੋਵਾਂ ਪਰਿਵਾਰਾਂ ਨੂੰ ਕਿਤੇ ਉਹਨਾਂ ਦੋਨਾਂ ਹਲਕਿਆਂ ਵਿੱਚ ਮੇਰਾ ਖਿਆਲ ਆ ਘੇਰਨ ਦੀ ਜਿਹੜੀ ਤਿਆਰੀ ਆ ਉਹ ਕਾਂਗਰਸ ਨੇ ਨਹੀਂ, ਉਹ ਕਾਂਗਰਸ ਆਪ ਹੀ ਕਾਂਗਰਸ ਹੀ ਆਪਦੇ ਬੰਦਿਆਂ ਨੂੰ ਘੇਰੀ ਜਾਂਦੀ ਹੈ ਜੀ। ਹੁਣ ਕਾਂਗਰਸ ਨੇ ਹਾਈ ਕਮਾਂਡ ਤੇ ਪੂਰਾ ਪ੍ਰੈਸ਼ਰ ਪਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਉੱਥੇ ਭੇਜਿਆ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਿੱਥੇ ਕੰਪੇਨ ਕਰਨੀ ਸੀ ਬਾਕੀ ਹਲਕਿਆਂ 'ਚ, ਤੇ ਕਿੱਥੇ ਉਹ ਆਪਦੀ ਕੰਪੇਨ ਦੇ ਵਿੱਚ ਹੀ ਕਰ ਗਏ, ਔਰ ਜਿੱਥੇ ਪਟਿਆਲਾ ਉਹਨਾਂ ਨੂੰ ਮਾੜੀ ਮੋਟੀ ਆਸ ਸੀ ਉਹ ਵੀ ਜਾਂਦੀ ਲੱਗਣੀ ਹੁਣ ਜੀ। ਔਰ ਮੈਂ ਅੱਜ ਸਾਡੇ ਸਿੱਖ ਚੈਨਲ ਤੇ ਕਹਿੰਦਾ ਇਹਨਾਂ ਨੇ ਪਟਿਆਲਾ ਵੀ ਲੂਜ਼ ਕਰ ਲਿਆ ਜੀ, ਔਰ ਸਮੁੱਚਾ ਸ਼੍ਰੋਮਣੀ ਅਕਾਲੀ ਦਲ 10 ਦੀਆਂ 10 ਔਰ 3 ਜਿਹੜੀਆਂ ਹੈਗੀਆਂ ਭਾਰਤੀ ਜਨਤਾ ਪਾਰਟੀ ਦੀਆਂ ਉਹ ਸੀਟਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਮਿਲਦੀਆਂ ਜੀ। ਆਪ ਪਾਰਟੀ ਪੰਜਾਬ ਦੇ ਵਿੱਚੋਂ ਕਿੰਨੀਆਂ ਕੁ ਸੀਟਾਂ, ਬਹੁਤ ਸ਼ਾਰਟ ਦੇ ਵਿੱਚ ਸਾਰਿਆਂ ਨੇ ਦੱਸਣਾ, ਆਪ ਪਾਰਟੀ ਪੰਜਾਬ ਦੇ ਵਿੱਚ ਕਿੰਨੀਆਂ ਕੁ ਸੀਟਾਂ ਲਿਜਾ ਸਕਦੀ ਹੈ ਜੀ? ਅਕਾਲੀ ਦਲ ਨੇ ਤਾਂ 10 ਆਲਰੇਡੀ ਅਨਾਉਂਸ ਕਰ ਦਿੱਤੀਆਂ। हाँ जी, मैं तो इन्हों की जो 13 होंगी तो मैं इन्हों मुबारकबाद देता 13 ही ले जाते जी। देखो सबसे बड़ी गल है कि अलायंस पॉलिटिक्स, मैं ਤੁਹਾਡੇ ਚੈਨਲ ਮਾਧਿਅਮ ਨਾਲ ਤੁਹਾਡੇ ਆਡੀਅנס ਨੂੰ ਅਪੀਲ ਕਰਦਾ ਹਾਂ ਜੀ, ਤੁਸੀਂ ਅਲਾਇੰਸ ਪੋਲਿਟਿਕਸ ਤੋਂ ਬਾਹਰ ਆਓ ਜੀ। ਤੁਸੀਂ ਸਮਝੋ ਅਲਾਇੰਸ ਪੋਲਿਟਿਕਸ ਕੀ ਹੈ। ਬੀਜੇਪੀ ਇਤਨੀ ਪਾਰਟੀਆਂ ਹਿੰਦੁਸਤਾਨ ਤੇ ਬਣੀ, ਉਹਨਾਂ ਦਾ ਮਤਲਬ ਕੀ ਹੈ, ਪਾਰਟੀ ਬੰਦੀ ਕਿਉਂ ਹੈ, ਫਿਰ ਉਹ ਜੋ ਪਾਰਟੀ ਬਣ ਜਾਂਦੀ ਹੈ ਤਾਂ ਫਿਰ ਉਹਨਾਂ ਦਾ ਅਲਾਇੰਸ ਕਿਉਂ ਚਾਲੂ ਹੋ ਜਾਂਦਾ? ਤਾਂ ਦੈਟ ਮੀਨਸ ਜੋ ਪਾਰਟੀ ਬਣੀ ਉਹ ਪਾਰਟੀ ਆਪਣਾ ਕੰਮ ਪੂਰਾ ਨਹੀਂ ਕੀਤਾ। ਤਾਂ ਵੋਟਰ ਕੀ ਹੈ? ਵੋਟਰ ਕੋਈ ਭੇਡ ਬੱਕਰੀ ਹੈ ਕਿ ਤੁਸੀਂ ਲੱਭ ਲਓ, ਇੱਥੇ ਲੱਭ ਲਓ, ਉੱਥੇ ਲੱਭ ਲਓ। ਸੀਟਾਂ ਕਿੰਨੀਆਂ ਲਿਜਾ ਸਕਦਾ? सीटा जो मैं वही गल कर रहे हैं, बाकी पार्टियां सारी भजी भरी हैं कि अलायंस कर लो, अलायंस। आम आदमी पार्टी अकेली पार्टी है जो अपने दम नाल चुनाव लड़ रही है, वो जनता के मुद्दे नाल वास्ते लड़ाई कर रही है। तो असी मैनू आस है आम आदमी पार्टी इंपॉर्टेंट गल है बिल्कुल नहीं। आम आदमी पार्टी वास्ते कितनी सीटां जितनी है, मैं पर्सनली फील करता है 6 to 7 सीट आनी, फुलका साहब की सीट आनी, भगवंत मान साहब की सीट आनी, गुलपनाम चंडीगढ़ सीट निकलनी। पर 6 ਤੋਂ 60 ਸੀਟਾਂ ਜਿਹੜੀਆਂ ਨੇ ਉਹ ਪਰ ਉਹ ਉਤਨੀ ਇੰਪੋਰਟੈਂਟ ਨਹੀਂ। ਇੰਪੋਰਟੈਂਟ ਹੈ ਕਿ ਤੁਹਾਡੇ ਮੁੱਦੇ ਕੀ ਹੈ, ਤੁਸੀਂ ਜਨਤਾ ਵਾਸਤੇ ਕੀ ਕਰ ਸਕਦੇ ਹੋ। ਪਰ ਜੇ ਜਿੱਤੋਗੇ ਤਾਂ ਹੀ ਤੁਸੀਂ ਕੋਈ ਜ਼ਰੂਰੀ ਨਹੀਂ ਹੈ। ਇਹ ਸਭ ਤੋਂ ਵੱਡਾ ਧੋਖਾ ਹੈ ਜੀ। ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿੱਤੋਗੇ ਤਾਂ ਹੀ ਤੁਸੀਂ ਦੇਸ਼ ਦੀ ਸੇਵਾ ਕਰ ਸਕਦੇ ਹੋ। ਇਹਨਾਂ ਦੇ ਮੁਤਾਬਕ ਜਿਹੜਾ ਤੁਸੀਂ ਹਾਰ ਕੇ ਵੀ ਜ਼ਰੂਰੀ ਨਹੀਂਗਾ, ਤੁਸੀਂ ਹਾਰ ਕੇ ਵੀ ਦੇਸ਼ ਨੂੰ ਚੇਂਜ ਲਾ ਸਕਦੇ ਹੋ। ਲੋਕਾਂ ਦੇ ਵਿੱਚ ਹੇਠਲੇ ਪੱਧਰ ਦੇ ਵਿੱਚ ਜੇ ਕੰਮ ਕਰਕੇ ਤੁਸੀਂ ਤਬਦੀਲੀ ਲਿਆ, ਤੁਹਾਡੇ ਮੁਤਾਬਕ ਭਾਜਪਾ ਓਵਰਆਲ ਇੰਡੀਆ ਦੇ ਵਿੱਚ ਕਿੱਥੇ ਕਿ ਜਿਹੜਾ ਉਹ ਬੈਲੈਂਸ ਰਹਿ ਸਕਦਾ? ਅਸੀਂ
ਜਿਹੜਾ ਏਜੰਡਾ +272 ਲੈ ਕੇ ਚੱਲੇ ਆ 270 +2 ਔਰ ਕੰਫਰਟੇਬਲ ਮੈਜੋਰਟੀ ਨਾਲ ਸੀ। ਮੈਜੋਰਟੀ ਜੀ, ਉਹ ਮੈਜੋਰਟੀ ਬਣਾਉਣ ਦਾ ਦਾਅਵਾ ਕਰ ਰਿਹਾ। ਕਾਂਗਰਸ ਕਿੱਥੇ ਕੁ ਪਹੁੰਚ ਸਕਦੀ ਹੈ ਜੀ ਬਿਲਕੁਲ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ 2 ਟਰਮਾਂ ਪੂਰੀਆਂ ਕੀਤੀਆਂ ਨੇ ਔਰ ਬਹੁਤ ਅੱਛੀ ਪੋਜੀਸ਼ਨ ਦੇ ਵਿੱਚ ਉਹਨਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਕੰਮ ਕੀਤੇ ਆ ਜੀ ਔਰ ਸਾਡੀ ਕਾਂਗਰਸ ਪਾਰਟੀ ਮੈਜੋਰਟੀ ਵਿੱਚ ਆਏਗੀ। ਜੀ ਜਿਸ ਤਰ੍ਹਾਂ ਸ਼ਰਮਾ ਸਾਹਿਬ ਨੇ ਕਿਹਾ ਜੋ ਸਾਡਾ ਕਹਿਣਾ 272 ਪਲੱਸ ਸੀਟਾਂ ਇਹ 272 ਪਲੱਸ ਕਾਂਗਰਸ ਔਰ ਪ੍ਰਧਾਨ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ ਦੇਖੋ ਕਾਂਗਰਸ ਦਾ? ਪ੍ਰਧਾਨ ਮੰਤਰੀ ਦਾ ਰਾਹੁਲ ਉਮੀਦਵਾਰ ਗਾਂਧੀ, ਰਾਹੁਲ ਮਨਮੋਹਨ ਗਾਂਧੀ ਹੀ ਪ੍ਰਧਾਨ ਮੰਤਰੀ ਹੋਣਗੇ ਰਾਹੁਲ ਲੇਕਿਨ ਉਹਨਾਂ ਨੇ ਹਜੇ ਉਮੀਦਵਾਰ ਦਾ ਕਾਂਗਰਸ ਹਮੇਸ਼ਾ ਇਸ ਤਰ੍ਹਾਂ ਹੀ ਪਾਲਿਸੀ ਰੱਖਦੀ ਹੈ ਜੀ ਈਵਨ ਦੋ ਪੰਜਾਬ ਦੇ ਵਿੱਚ ਵੀ ਤਕਰੀਬਨ ਤੁਸੀਂ ਅਗਰ ਪਾਸਟ ਨੂੰ ਚੈੱਕ ਕਰੋਗੇ ਤਾਂ ਆਪਣੇ ਅਮਰਿੰਦਰ ਸਿੰਘ ਜੀ ਬਣੇ ਆ ਜੀ ਜਾਂ ਉਸ ਤੋਂ ਪਹਿਲਾਂ ਵੀ ਜਿਨੇ ਚੀਫ ਮਿਨਿਸਟਰ ਬਣੇ ਆ ਤਾਂ ਕੈਂਡੀਡੇਟ ਡਿਕਲੇਅਰ ਨਹੀਂ ਕੀਤਾ ਜਾਂਦਾ ਲਾਸਟ ਤੇ ਬਿਲਕੁਲ। ਔਰ ਦੂਸਰੀ ਤਰ੍ਹਾਂ ਤੁਹਾਨੂੰ ਪਤਾ ਹੀ ਆ ਮੋਦੀ ਸਾਹਿਬ ਜਦੋਂ ਵਾਰਾਣਸੀ ਤੋਂ ਡਿਕਲੇਅਰ ਕਰਦੇ ਆ ਆਪਣੇ ਆਪ ਨੂੰ ਜੀ ਕੇਜਰੀਵਾਲ ਜੀ ਨੇ ਜਦੋਂ ਆਪਣਾ ਅਨਾਉਂਸ ਕੀਤਾ ਉਹ ਜਦ ਹੀ ਇੱਕ ਹੋਰ ਸੀਟ ਤੋਂ ਉਹਨਾਂ ਨੇ ਅਨਾਉਂਸ ਕਰਤਾ। ਬੀਜੇਪੀ ਦੇ ਜਿਹੜੇ ਪੀਐਮ ਕੈਂਡੀਡੇਟ ਨੇ ਉਹਨਾਂ ਨੂੰ ਆਪਣੇ ਤੇ ਹੀ ਭਰੋਸਾ ਨਹੀਂ ਹੈਗਾ ਵੀ ਮੈਂ ਇੱਕ ਜਿਹੜੀ ਸੀਟ ਆ ਉਹ ਤੋਂ ਮੈਂ ਜਿੱਤ ਸਕੂੰਗਾ ਜਾਂ ਨਾ। ਸੋ 272 ਪਲੱਸ ਚੱਠਾ ਸਾਹਿਬ ਇੱਥੇ ਮੈਂ 1 ਮਿੰਟ ਸਿਰਫ ਲਾਉਂਗਾ। ਪੰਜਾਬ ਦੀ ਗੱਲ ਮੈਂ ਜ਼ਰੂਰ ਕਰਾਂਗਾ। ਪੰਜਾਬ ਦੀਆਂ 13 ਸੀਟਾਂ ਕਾਂਗਰਸ ਲੈ ਕੇ ਜਾਏਗੀ ਜੀ ਔਰ 16 ਮਈ ਨੂੰ ਰਿਜ਼ਲਟ ਆ ਜਾਣੇ ਆਪਾਂ ਸਾਰਿਆਂ ਨੇ ਇੱਥੇ ਹੀ ਰਹਿਣਾ ਜੀ ਸਾਰਾ ਕੁਝ ਸਾਡੇ ਸਾਹਮਣੇ ਆ ਜਾਣਾ ਜੀ। ਮੈਨੂੰ ਤਾਂ ਅਮਨ ਜੀ ਐਂ ਲੱਗਦਾ ਵੀ ਕਈ ਵਾਰੀ ਨਾ ਉਹ ਬਿਨਾਂ ਲਾੜੇ ਤੋਂ ਜੰਨ ਜਾਂਦੀ ਹੁੰਦੀ ਆ, ਕਾਂਗਰਸ ਦੀ ਤਾਂ ਬਿਨਾਂ ਲਾੜੇ ਤੋਂ ਜੰਨ ਜਾ ਰਹੀ ਆ। ਮੈਨੂੰ ਤਾਂ ਇਹ ਲੱਗਦਾ ਨਹੀਂ ਦੇਖੋ ਕਿਉਂਕਿ ਜੇ ਇਹਨਾਂ ਕੋਲ ਲਾੜਾ ਹੀ ਹੈ ਨਹੀਂਗਾ ਕਾਂਗਰਸ ਜੇ ਲੀਡਰ ਦੀ ਇੱਕ ਨਹੀਂ ਜਦੋਂ ਲਾੜਾ ਹੀ ਹੈ ਨਹੀਂਗਾ ਤਾਂ ਬਰਾਤ ਕਿਵੇਂ ਜਾਊਗਾ? ਦੇਖੋ ਅਗਰ ਪਹਿਲਾਂ ਵੀ ਅਸੀਂ 2 ਟਰਮਾਂ ਕੀਤੀਆਂ ਨੇ ਨਹੀਂ ਇਹ ਤਾਂ ਕਿਤੇ ਹੋਇਆ ਨਹੀਂ ਵੀ ਅਸੀਂ ਬਰਾਤ ਲੈ ਜਾਈਏ ਉੱਥੇ ਜਾ ਕੇ ਅਸੀਂ ਕਹਾਂਗੇ ਆ ਸਾਡਾ ਲਾੜਾ ਹੈਗਾ। ਨਹੀਂ ਦੇਖੋ ਲਾੜੇ ਦੀ ਜਿੱਤੇ ਇਹਨਾਂ ਨੇ ਕਿਹਾ ਨਾ ਵੀ 2 ਬਿਨਾਂ ਸੀਟਾਂ ਤੇ ਮੋਦੀ ਸਾਹਿਬ ਲੜਦੇ ਨੇ, ਪ੍ਰਾਈਮ ਮਿਨਿਸਟਰ ਤੋਂ ਨਹੀਂ ਕੇਜਰੀ ਸਾਹਿਬ ਦੇ ਆਉਣ ਕਰਕੇ ਲੜਦੇ ਨੇ। ਜੀ। ਐਸੀ ਕੋਈ ਗੱਲ ਨਹੀਂ, ਉਹ ਪਹਿਲਾਂ ਸਟ੍ਰੈਟਜੀ ਬਣ ਚੁੱਕੀ ਹੈ। ਨਹੀਂ, ਪਰ ਕਿਤੇ ਨਾ ਕਿਤੇ ਉਹ ਇੱਕ ਲੋਕਲ ਗੁਜਰਾਤ ਦੇ ਸੀਐਮ ਸੀ। ਹੁਣ ਇੱਕ ਲੋਕਾਂ ਦੇ ਵਿੱਚ ਮੈਸੇਜ ਆਣਾ ਚਾਹੀਦਾ ਵੀ ਹਿੰਦੁਸਤਾਨ ਦੇ ਸਾਰੇ ਦੀ ਉਹ ਨਹੀਂ। ਪਰ ਦੇਖੋ ਨਾ ਉਹਦਾ ਨੁਕਸਾਨ ਵੀ ਹੋਣਾ ਜੀ। ਅਗਰ ਫਰਜ਼ ਕਰੋ ਮੋਦੀ ਸਾਹਿਬ ਵਾਰਾਣਸੀ ਤੋਂ ਜਿੱਤਦੇ ਆ ਜਿਹੜੀ ਜਾਂ ਉਹ ਗੁਜਰਾਤ ਤੋਂ ਜਿੱਤਦੇ ਆ ਜਿਹੜੀ ਸੀਟ ਖਾਲੀ ਹੋਣੀ ਆ ਉਹ ਤੇ ਚੋਣ ਕਮਿਸ਼ਨ ਦਾ ਸਾਡਾ ਆਪਣਾ ਹਿੰਦੁਸਤਾਨ ਦਾ ਫਿਰ ਖਰਚਾ ਹੋਣਾ ਬਾਈ ਇਲੈਕਸ਼ਨ ਲਈ ਜੀ। ਧਾਲੀਵਾਲ ਸਾਹਿਬ ਅਕਾਲੀ ਦਲ ਕਿੰਨੀਆਂ ਅਕਾਲੀ ਦਲ ਤੇ ਭਾਜਪਾ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਜਿੱਤੇਗੀ। ਔਰ ਮੈਂ ਤੁਹਾਡੇ ਸਿੱਖ ਚੈਨਲ ਦੇ ਜਰੀਏ ਕਹਿ ਰਿਹਾ ਔਰ 16 ਮਈ ਨੂੰ ਜੀ ਇਸੇ ਚੈਨਲ ਤੇ ਬਹਿ ਕੇ ਜਿੰਨੀਆਂ ਸੀਟਾਂ ਸਾਰਿਆਂ ਨੇ ਕਹੀਆਂ ਨੇ ਉਨੀਆਂ ਤੁਸੀਂ ਦੇਖਿਓ। ਮੈਂ ਇੱਕ ਵਾਰੀ ਅਖੀਰ ਦੇ ਉੱਤੇ ਸਿੱਖ ਚੈਨਲ ਜਿੰਨੇ ਵੀ ਦੇਖ ਰਹੇ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਬੇਨਤੀ ਵੀ ਕਰਦਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸਿੱਖ ਚੈਨਲ ਜ਼ਰੂਰ ਲਵਾਓ ਜੀ। ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ। ਪ੍ਰੋਗਰਾਮ ਦੀ ਜਿਹੜੀ ਰਫ਼ਤਾਰ ਸੀਗੀ ਜਿਹੜੀ ਉਹ ਸਾਨੂੰ ਬਹੁਤ ਲਾਸਟ ਦੇ ਵਿੱਚ ਤੇਜ਼ ਕਰਨੀ ਪਈ ਕਿਉਂਕਿ ਸਮੇਂ ਦੀ ਬਹੁਤ ਸ਼ਾਰਟੇਜ ਸੀਗੀ। ਆਉਣ ਵਾਲੇ ਹਫਤੇ ਦੇ ਵਿੱਚ ਅਸੀਂ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜਾ ਆਉਣ ਵਾਲੇ ਹਫਤੇ ਦੇ ਵਿੱਚ ਜਿਹੜਾ ਗੱਲਬਾਤ ਪ੍ਰੋਗਰਾਮ ਇਹਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਅਗਲੇ ਹਫਤੇ ਦੇ ਵਿੱਚ ਵੀ ਜਿਹੜਾ ਲੋਕ ਸਭਾ ਦਾ ਜਿਹੜਾ ਸਾਡਾ ਮੁੱਦਾ ਇਹਦੇ ਉੱਪਰ ਅਗਲਾ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਰਵਾਂਗੇ। ਵੱਧ ਤੋਂ ਵੱਧ ਸਾਡੀ ਵੀਰਾਂ ਨੂੰ ਪ੍ਰਜੋਰ ਬੇਨਤੀ ਹੈ ਕਿ ਸਿੱਖ ਚੈਨਲ ਨੂੰ ਆਪਣੇ ਘਰਾਂ ਦੇ ਵਿੱਚ ਲਵਾਵੋ। ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਨੇ ਉਹਨਾਂ ਨੂੰ ਸਿੱਖ ਚੈਨਲ ਦੇ ਨਾਲ ਜੋੜੋ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਅਸੀਂ ਤਹਿ ਦਿਲੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।